ਵੱਲ ਨੂੰ ਜਾ ਰਹੇ ਹਾਂ ਅति ਪਵਿੱਤਰ ਸਥਾਨ ਵੱਲ ਨੂੰ ਔਰ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਪਰਦਾ ਆ ਗਿਆ ਹੈ ਵਿੱਚ ਔਰ ਪਰਦੇ ਨੂੰ ਅਸੀਂ ਦੇਖ ਰਹੇ ਹਾਂ ਔਰ ਇਹਦੇ ਚ ਅਸੀਂ ਦੇਖ ਰਹੇ ਸੀ ਮਿਲਾਪ ਵਾਲਾ ਤੰਬੂ ਸਵਰਗ ਦੇ ਤੰਬੂ ਦੀ ਤਸਵੀਰ ਆ ਔਰ ਯਿਸੂ ਮਸੀਹ ਦੀ ਤਸਵੀਰ ਆ ਕਲੀਸਿਆ ਦੀ ਤਸਵੀਰ ਆ ਔਰ ਸਾਡੇ ਇੱਕ ਇੱਕ ਜਣੇ ਦੀ ਤਸਵੀਰ ਆ ਹਾਲੇਲੂਇਆ ਸੋ ਇਹਦੇ ਵਿੱਚ ਅਸੀਂ ਜਦੋਂ ਫਿਰ ਦੇਖਦੇ ਹਾਂ ਤੇ ਉਹਦੇ ਵਿੱਚ ਜੋ ਯਿਸੂ ਦੀ ਸੇਵਕਾਈ ਦੇ ਪਹਿਲੂ ਆ ਜਿੱਦਾਂ ਮਿਲਾਪ ਦੇ ਤੰਬੂ ਦੇ ਵਿੱਚ ਸੇਵਕਾਈ ਦੇ ਅਲੱਗ-ਅਲੱਗ ਪਹਿਲੂ ਆ ਉਦਾਂ ਹੀ ਯਿਸੂ ਮਸੀਹ ਦੀ ਸੇਵਕਾਈ ਦੇ ਵਿੱਚ ਵੀ ਕੀ ਆ ਅਲੱਗ-ਅਲੱਗ ਪਹਿਲੂ ਆ ਇਦਾਂ ਹੀ ਸਵਰਗ ਦੇ ਤੰਬੂ ਦੇ ਵਿੱਚ ਵੀ ਸੇਵਕਾਈ ਦੇ ਅਲੱਗ-ਅਲੱਗ ਪਹਿਲੂ ਹਾਲੇਲੂਇਆ ਅਲੱਗ-ਅਲੱਗ ਹਿੱਸੇ ਆ ਸੋ ਜਦੋਂ ਇਹ ਅਲੱਗ-ਅਲੱਗ ਪਹਿਲੂ ਆ ਤੇ ਅਸੀਂ ਇਸ ਪਰਦੇ ਤੇ ਜਦੋਂ ਦੇਖਦੇ ਆ ਕਿ ਕੋਈ ਪਰਦਾ ਵੀ ਯਿਸੂ ਮਸੀਹ ਨੂੰ ਦਿਖਾਉਂਦਾ ਆ ਹਾਲੇਲੂਇਆ ਪਰ ਇੱਥੇ ਪਰਦਾ ਜਦੋਂ ਯਿਸੂ ਮਸੀਹ ਨੂੰ ਦਿਖਾਉਂਦਾ ਤੇ ਉਹ ਕਿਹੜੀ ਸੇਵਾ ਨੂੰ ਦਿਖਾਉਂਦਾ ਆ ਉਹ ਆਪਾਂ ਚੇਤਾ ਚੰਗੀ ਤਰ੍ਹਾਂ ਕਰ ਲਈਏ ਕਿ ਉਹ ਪਰਦਾ ਜਿਹੜਾ ਹੈ ਯਿਸੂ ਮਸੀਹ ਦੀ ਸਲੀਬ ਤੇ ਦਿੱਤੀ ਜਾਨ ਦੀ ਸੇਵਾ ਯਾਨੀ ਕਿ ਜਾਨ ਦੇਣ ਵਾਲੀ ਸੇਵਕਾਈ ਨੂੰ ਦਿਖਾਉਂਦਾ ਹਾਲੇਲੂਇਆ ਔਰ ਉਸ ਪਰਦੇ ਵਿੱਚ ਆਪਾਂ ਪਹਿਲਾ ਨੰਬਰ ਜਾਨ ਦੇਣ ਵਾਲੀ ਸੇਵਕਾਈ ਦੂਸਰਾ ਪਰਦਾ ਆਪਾਂ ਦੇਖ ਰਹੇ ਸੀਗੇ ਕਿ ਪਰਦਾ ਅਲੱਗਤਾ ਇਹਨੂੰ ਦਿਖਾਉਂਦਾ ਆ ਤੀਸਰਾ ਆਪਾਂ ਪਰਦੇ ਨੂੰ ਦੇਖ ਰਹੇ ਸੀਗੇ ਕਿ ਪਰਦੇ ਤੱਕ ਪਹੁੰਚ ਦੀ ਯੋਗਤਾ ਕੀ ਹੋਣੀ ਆ ਔਰ ਉਸ ਤੋਂ ਬਾਅਦ ਅਸੀਂ ਦੇਖ ਰਹੇ ਸੀ ਕਿ ਪਰਦਾ ਜਿਹੜੇ ਇੱਕ ਆਗਿਆ ਸੀਗੀ ਕਿ ਤੂੰ ਵਿਚਕਾਰ ਕੀ ਲਗਾਈ ਪਰਦਾ ਲਗਾਈ ਔਰ ਆਗਿਆ ਦੇ ਵਿੱਚ ਪਰਦੇ ਦੇ ਬਾਰੇ ਕੁਝ ਕੰਡੀਸ਼ਨਾਂ ਦੱਸ ਦਿੱਤੀਆਂ ਗਈਆਂ ਸੀ ਉਦੋਂ ਲਗਾਉਣਾ 4 ਥੰਮ ਰੱਖਣੇ ਆ ਔਰ ਉਹਨਾਂ ਦੇ ਉੱਤੇ ਪਰਦਾ ਲਟਕਾਉਣਾ ਹੈ ਹਾਲੇਲੂਇਆ ਸੋ ਉਦਾਂ ਹੀ ਉਹਨਾਂ ਨੇ ਕੀ ਕੀਤਾ ਲਟਕਾਇਆ ਆਗਿਆ ਅਨੁਸਾਰ ਸੋ परमेश्वर की इच्छा के अनुसार आज्ञा अनुसार मतलब परमेश्वर की इच्छा के अनुसार और यीशु मसीह भी परमेश्वर की इच्छा के अनुसार ही टंगिया गया जिदा पर्दा टंगिया गया उदा यीशु मसीह भी की किया गया परमेश्वर की इच्छा के अनुसार ही टंगिया गया है सो उस तो बाद आप देखते हैं पंजवीं गल कि पर्दे का 2 हिस्से होना होने तो की भाव है 2 हिस्से पर्दा होना ये तो की मतलब आ ਉਹਦੇ ਲਈ ਆਪਾਂ देख रहे सी ਪਹਿਲਾਂ एक एग्जाम्पल देखी सी जो वचन परमेश्वर है वो पुत्र परमेश्वर है पिता परमेश्वर नहीं है पुत्र परमेश्वर ही सलीब ते टंगिया गया कौन टंगिया गया पुत्र परमेश्वर ना पिता परमेश्वर टंगिया गया ਤੇ ਨਾ ਇਹ ਪਵਿੱਤਰ ਆਤਮਾ ਪਰਮੇਸ਼ਰ ਟੰਗਿਆ ਗਿਆ ਹਾਲਾਂਕਿ ਇੱਕ ਹੀ ਆ ਪਰ ਉਹਦੇ ਚ ਟੰਗ ਹੋਣ ਵਾਲੇ ਦ੍ਰਿਸ਼ ਨੂੰ ਜਿਹੜਾ ਦੇਖਦੇ ਆ ਆਪਾਂ ਜਿਹੜਾ ਜਨ ਦੇਖ ਰਹੇ ਆ ਉਹ ਕੌਣ ਆ ਜਿਹੜਾ ਸ਼ਬਦ ਦੇ ਧਾਰੀ ਹੋਇਆ ਜਿਹੜਾ ਸ਼ਬਦ ਦੇ ਧਾਰੀ ਹੋਇਆ ਆ ਉਹ ਪੁੱਤਰ ਹੈ ਪਿਤਾ ਦੇ ਧਾਰੀ ਨਹੀਂ ਹੋਇਆ ਪਵਿੱਤਰ ਆਤਮਾ ਦੇ ਧਾਰੀ ਨਹੀਂ ਹੋਇਆ ਹਾਲੇਲੂਇਆ ਸੋ ਇਹ ਗੱਲਾਂ ਨੂੰ ਸਾਨੂੰ ਇਸ ਜਗ੍ਹਾ ਤੇ ਆ ਕੇ ਸਮਝਣਾ ਸੋ ਇਹੋ पर्दा 2 हिस्से विच फटन तो बाद पाप विच नंगे आदम दे पहनण दे योग बनिया जे फटे ना है ना पर्दा फटे ना ते फिर असी नंगे दे नंगे हालेलुया पर्दा फट गया उत्थे पर्दा फट गया आ ते असी जदों उस पर्दे नूं फटिया देखदे हां असी उस पर्दे वाल नहीं ध्यान कर रहे ਅਸੀਂ ਮਸੀਹ ਨੂੰ ਫਟਿਆ ਹੋਇਆ ਦੇਖਦੇ ਜਿਹਦੇ ਕਾਰਨ ਪਰਦਾ ਵੀ ਕੀ ਹੋਇਆ ਭਲਾ ਫਟਿਆ ਹਾਲੇਲੂਇਆ ਸੋ ਮਸੀਹ ਪਹਿਨਣ ਦੇ ਯੋਗ ਹੋ ਗਿਆ ਇੱਕ ਟਾਈਮ ਇਸ ਇਨਸਾਨ ਨੂੰ 2 ਪਹਿਰਾਵੇ ਪਵਾਏ ਗਏ ਆ ਅਦਨ ਦੇ ਬਾਗ ਦੇ ਵਿੱਚ ਇਸ ਆਦਮ ਨੂੰ ਜਦੋਂ ਨੰਗਾ ਹੋ ਗਿਆ ਤੇ ਇੱਕ ਜਾਨਵਰ ਬਲੀ ਕਰਕੇ ਉਹਦਾ ਜਿਹੜਾ ਸੀਗਾ ਉਹਦੀ ਦੇਹ ਪਹਿਨਾਈ ਗਈ ਹਾਲੇਲੂਇਆ ਜਾਂ ਉਹਦੀ ਚਮੜੀ ਪਹਿਨਾਈ ਗਈ ਪਰ ਹੁਣ ਗਾਂ ਅੱਗੇ ਆ ਕੇ ਇਸੇ ਆਦਮ ਨੂੰ ਯਿਸੂ ਮਸੀਹ ਦੀ ਚਮੜੀ ਪਵਾਈ ਗਈ ਆ ਹਾਲੇਲੂਇਆ ਸੋ ਇਸ ਗੱਲ ਨੂੰ ਆਪਾਂ ਦੇਖ ਰਹੇ ਹਾਂ ਅੱਗੇ ਆਪਾਂ ਦੇਖਦੇ ਸੀਗੇ 2 ਹਿੱਸੇ ਵਿੱਚ ਫਟਿਆ ਮਤਲਬ ਯਹੂਦੀ ਤੇ ਗੈਰ ਯਹੂਦੀ ਦੋਨੋਂ ਪਹਿਨ ਕੇ ਅੰਦਰ ਆ ਸਕਦੇ ਆ ਯਹੂਦੀ ਵੀ ਔਰ ਗੈਰ ਯਹੂਦੀ ਵੀ ਹੈਲੋ भेज दो सो 2 हिस्से विच फटिया मतलब यहूदी ते गैर यहूदी दोनों पहन के आ सकते हैं मतलब कहता है
ਇਹ ਪਹਿਨਣਾ ਦੋਨਾਂ ਨੂੰ ਪੈਣਾ ਆ। ਹਾਲੇਲੂਇਆ। ਚੁਣੇ ਹੋਏ ਜਿਨ੍ਹਾਂ ਨੇ ਰੱਦ ਦਿੱਤਾ, ਹਾਲੇਲੂਇਆ, ਤੇ ਆਦਮ ਜਿਹੜਾ ਪਹਿਲਾਂ ਹੀ ਪਾਪ ਦੇ ਵਿੱਚ ਚੱਲ ਰਿਹਾ, ਯਾਨੀ ਕਿ ਬਾਕੀ ਵੰਸ਼ ਜਿਹੜਾ ਘਰਾਣਾ ਦੁਨੀਆ ਜਿਹੜੀ ਗੈਰ ਕੌਮਾਂ ਜਾਂ ਕੁਝ ਵੀ ਆ, ਉਹ ਪਹਿਲਾਂ ਕੀ ਆ, ਨੰਗੇ ਆ। ਹਾਲੇਲੂਇਆ। ਉਹਨਾਂ ਨੂੰ ਤਾਂ ਆ ਕਿ ਨੰਗੇ ਆ, ਪਹਿਨਣਾ ਪੈਣਾ। ਇਹਨਾਂ ਨੂੰ ਤਾਂ ਆ, ਇਹਨਾਂ ਨੇ ਕੀ ਕਰਤਾ ਸੀ, ਰੱਦ ਦਿੱਤਾ ਯਿਸੂ ਨੂੰ। ਹਾਲੇਲੂਇਆ। ਸੋ ਇਹਦਾ ਮਤਲਬ ਦੋਨੇ ਕੀ ਆ, ਨੰਗੇ ਆ। ਇਸ ਲਈ ਇਸ ਪਰਦੇ ਨੂੰ ਜਿਹੜਾ ਬਣ ਗਿਆ, ਇੱਕ ਕੱਪੜਾ ਬਣ ਗਿਆ, ਇੱਕ ਵਸਤਰ ਬਣ ਗਿਆ, ਉਹਨੂੰ ਪਹਿਨਣਾ ਦੋਨਾਂ ਨੇ ਪਾ ਸਕਦੇ ਆ, ਔਰ ਅੰਦਰ ਆਉਣਾ ਤੇ ਦੋਨੇ ਪਾ ਕੇ ਆਉਣਗੇ, ਉਦਾਂ ਆ ਸਕਦੇ। ਮਸੀਹ ਨੂੰ ਪਹਿਨਣਾ ਪਊਗਾ, ਗੈਰ ਯਹੂਦੀ ਨੂੰ ਵੀ ਔਰ ਯਹੂਦੀ ਨੂੰ ਵੀ। ਔਰ ਤੀਸਰੀ ਗੱਲ, ਦੋ ਹਿੱਸੇ ਮਤਲਬ ਇੱਕ ਗਰੁੱਪ ਮਸੀਹ ਵਿੱਚ ਸੌਂ ਗਿਆ। ਇਹ ਪੜਿਆ ਕੱਲ? ਹਾਂ, ਠੀਕ ਹੈ। ਇਹਦੇ ਲਈ ਪਹਿਲਾਂ ਆਇਤ ਇੱਕ ਲਿਖ ਲਓ। ਲੇਵੀ 16 ਦੀ 8 ਤੋਂ 10 ਪਹਿਲਾਂ ਆਪਾਂ ਆਇਤੋਂ ਪੜ੍ਹ ਲੈਨੇ, ਫਿਰ ਆਪਾਂ ਉਹਦਾ ਹਿੰਟ ਲਿਖ ਲਵਾਂਗੇ। ਹਿੰਟ ਬਿਲਕੁਲ ਆਪੋਜ਼ਿਟ ਹੋਣਾ ਹੈ, ਪਰ ਉਹਨੂੰ ਤੁਸੀਂ ਸਮਝਣਾ ਆਪ ਆ। ਥੋੜਾ ਪਾਣੀ ਹਾਂ ਪਾਣੀ पढ़ दिए कोई भी। लेवी 16 दी 8 तो 10। और हारून दोनों बकरों पर हाँ चिट्ठियां डाले। हारून दोनों बकरियां ते की करे भला? ਇਹ ਗੱਲ ਨੂੰ ਪਹਿਲਾਂ ਸਮਝ ਲਓ ਪੜੀ ਹੋਈ ਨੂੰ, ਤੇ ਫਿਰ ਆਪਾਂ ਇਹਨੂੰ ਲਿਖ ਲਾਂਗੇ। ਹਾਂਜੀ ਹਾਂਜੀ। ਹਾरून ਦੋਨਾਂ ਬੱਕਰਿਆਂ ਤੇ ਚਿੱਠੀ ਪਾਵੇ। और हारून दोनों बकरों पर चिट्ठियां डाले। ਚਿੱਠੀਆਂ ਪਾਵੇ। ਹਾਂ, एक चिट्ठी यहोवा के लिए। ਇੱਕ ਚਿੱਠੀ ਕਿਹਦੇ ਲਈ ਹੋਣੀ ਆ? ਯਹੋਵਾ ਦੇ ਲਈ। ਬੱਕਰੇ ਦੋ ਆ, ਤੇ ਦੋਨਾਂ ਤੇ ਕੀ ਪਾਉਣੀ ਆ? ਚਿੱਠੀ ਪਾਉਣੀ ਆ। ਇੱਕ ਯਹੋਵਾ ਲਈ, ਹਾਂ, और दूसरी अजाजेल के लिए। ਅਜ਼ਾਜ਼ੇਲ ਜਾਨੀ ਕਿ ਛੱਡ ਦਿੱਤੇ ਜਾਣ ਵਾਲੀ। ਇੱਕ ਪਰਮੇਸ਼ਰ ਲਈ ਮਤਲਬ ਜਿਹੜਾ ਪਰਮੇਸ਼ਰ ਲਈ ਕੁਰਬਾਨ ਹੋ ਜਾਣਾ। ਇੱਕ ਕੀ ਆ? ਅਜ਼ਾਜ਼ੇਲ ਯਾਨੀ ਕਿ ਜਿਹੜਾ ਉਜਾੜ ਦੇ ਵਿੱਚ ਕੀ ਕਰ ਦਿੱਤਾ ਜਾਣਾ? ਛੱਡ ਦਿੱਤਾ ਜਾਣਾ ਹੈ। हाँ। और जिस बकरे पर यहोवा के नाम की चिट्ठी निकले, हाँ। उसको हारून पाप बलि के लिए चढ़ाए। हाँ। परंतु जिस बकरे पर अजाजेल के लिए चिट्ठी निकले, वह यहोवा के सामने जीवता खड़ा किया जाए। हाँ, ਉਹਨੂੰ ਮਾਰਨਾ ਨਹੀਂ ਵੀ। ਉਹ ਕੀ ਕਰਨਾ ਪੈਣਾ ਹੈ? ਯਹੋਵਾ ਦੇ ਸਾਹਮਣੇ ਜਿੰਦਾ ਖੜਾ ਕਰਨਾ ਹੈ, पर हाँ उससे प्रायश्चित किया जाए। हाँ। और वह अजाजेल के लिए जंगल में छोड़ा जाए। ਹਾਲੇਲੂਇਆ। ਸੋ ਭਾਵ ਦੋਨਾਂ ਦਾ ਹੀ ਹੈ। ਇੱਕ ਤਾਂ ਐਟ ਦਾ ਸਪੋਰਟ ਹੀ ਕੀ ਕੀਤਾ ਜਾਣਾ ਹੈ? ਕੁਰਬਾਨ। ਇੱਕ ਨੂੰ ਕੀ ਕਰ ਦਿੱਤਾ ਜਾਣਾ ਆ? ਛੱਡ ਦਿੱਤਾ ਜਾਣਾ ਆ। ਪਰ ਛੱਡਿਆ ਜਾਣ ਤੋਂ ਪਹਿਲਾਂ ਉਹਦੇ ਤੇ ਕੀ ਰੱਖਿਆ ਜਾਣਾ ਆ? ਪਾਪ ਲੱਦਿਆ ਜਾਣਾ ਆ। ਹਾਲੇਲੂਇਆ। ਸੋ ਗੱਲ ਦੀ ਗੰਭੀਰਤਾ ਨੂੰ ਸਾਨੂੰ ਸਮਝਣਾ ਪੈਣਾ ਹੈ ਜਗ੍ਹਾ ਤੇ। ਸੋ ਆਓ 8-10 ਤੱਕ ਹੋ ਗਿਆ। ਲਿਖੋ। ਦੋ ਹਿੱਸੇ ਮਤਲਬ ਇੱਕ ਗਰੁੱਪ ਮਸੀਹ ਵਿੱਚ ਸੌਂ ਗਿਆ, ਜਿਹੜੇ ਸਾਡੇ ਤੋਂ ਪਹਿਲਾਂ ਮਸੀਹ ਦੇ ਵਿੱਚ ਆਪਣੇ ਆਪਣੇ ਨਜ਼ਾਤ ਦੇ ਕੰਮ ਨੂੰ ਪੂਰਾ ਕਰਕੇ ਸੌਂ ਗਏ, ਹੈ ਨਾ, ਮਸੀਹ ਵਿੱਚ ਸੌਂ ਗਏ। ਦੋ ਹਿੱਸੇ ਮਤਲਬ ਇੱਕ ਗਰੁੱਪ ਮਸੀਹ ਵਿੱਚ ਸੌਂ ਗਿਆ, ਜੋ ਪਰਮੇਸ਼ਰ ਦੇ ਲਈ, फिर रिपीट करूंगा। दो हिस्से मतलब एक ग्रुप मसीह विच सौ गया जो परमेश्वर दे लई बलि होने वाले बकरे दी तस्वीर है। जेडे साडे भाई साडे तो पहला जा चुके आ, वो की है भला? बलि हो चुके ओदी तस्वीर है, जेड़ा हो चुकिया। अते एक उजाड़ विच छड्ड दिता जो अजाजेल है। एक हो गया, एक असी उजाड़ विच की हाँ। ये संसार की है भला? उजाड़। हालेलुया। एक असी साडे उजाड़ विच छड्ड दिते गए जो अजाजेल है। वो सानू भी दिखाउंदा है, जिन्हां ने उजाड़ विच खत्म होना है। समाप्ति सारियां दी। हालेलुया। मौत सारियां दी है। चाहे मसीह दे आउण तक साडे बदन बदल जाण, एक बदन ने की हो जाना है? खत्म होना है, जलाली मिलना है। एक नूं फिर जिहड़े मिट्टी दे विचों आ ਉਹ ਉਹਨਾਂ ਦੇ ਅੰਸ਼ ਇਕੱਠੇ ਹੋ ਕੇ ਉਹਨਾਂ ਨੂੰ ਬਦਨ ਮਿਲੂਗਾ। ਹਾਲੇਲੂਇਆ। ਸੋ ਇਹ ਦੋ ਹਿੱਸੇ ਵਿੱਚ ਫਟਿਆ ਹੋਇਆ ਪਰਦਾ ਇਹ ਦੋ ਗਰੁੱਪਾਂ ਨੂੰ ਦਿਖਾ ਰਿਹਾ ਆ। ਇੱਕ ਜਿਹੜਾ ਆਪਣੀ ਸੇਵਾ ਪੂਰੀ ਕਰਕੇ ਜਾ ਚੁੱਕਾ, ਇੱਕ ਦੇ ਮੋਢਿਆਂ ਤੇ ਹਜੇ ਕੀ ਆ ਭਲਾ? ਸੇਵਾ ਬਾਕੀ ਆ।
ਸਾਡੇ ਤੇ ਵੀ ਬੋਝ ਆ। ਹਾਲੇਲੂਇਆ। ਅਸੀਂ ਬੋਝ ਨੂੰ ਲੈ ਕੇ ਉਜਾੜ ਵਿੱਚ ਚੱਲਣਾ ਆ, ਉਦਾਂ ਕੋਈ ਚੱਲ ਸਕਦਾ ਨਹੀਂ। ਸਾਡੇ ਤੇ ਸਾਡੀ ਮਾਂ ਦਾ ਬੋਝ ਆ, ਪਿਓ ਦਾ ਬੋਝ ਆ, ਭੈਣ ਦਾ ਬੋਝ ਆ, ਭਰਾ ਦਾ ਬੋਝ ਆ, ਪੜੋਸੀ ਦਾ ਬੋਝ ਆ, ਜਿੱਥੋਂ ਤੱਕ ਵੀ ਸਾਡੀ ਨਜ਼ਰ ਦੇ ਵਿੱਚ ਸਾਡੇ ਸੰਪਰਕ ਆ, ਉਹਨਾਂ ਸਾਰਿਆਂ ਦਾ ਬੋਝ ਸਾਡੇ ਉੱਤੇ ਹੈਗਾ। ਹਾਲੇਲੂਇਆ। ਉਹਨਾਂ ਦੀਆਂ ਕਮੀਆਂ ਕਮਜ਼ੋਰੀਆਂ ਦੇ ਬੋਝ ਨੂੰ ਅਸੀਂ ਲੈ ਕੇ ਚੱਲਣਾ ਆ। ਹਾਲੇਲੂਇਆ। ਸੋ ਆ ਜਾਓ ਇਬਰਾਨੀਆਂ 10 ਅਧਿਆਏ ਉਹਦੀ 2 ਤੋਂ 7 ਹੈ। इब्रानियों 10 अध्याय 2 तो 7 है। नहीं तो उनका चढ़ाना बंद क्यों ना हो जाता, इसलिए कि जब सेवा करने वाले एक ही बार शुद्ध हो जाते तो फिर उनका विवेक उन्हें पापी ना ठहराता, परंतु उनके द्वारा प्रति वर्ष पापों का स्मरण हुआ करता है, क्योंकि अनहोना है कि बैलों और बकरों का लहू पापों को दूर करे। इसी कारण वह जंगल में आते समय कहता है कि बलिदान और भेंट तूने ना चाहिए। जगत में आते हुए कहता है, जंगल से नहीं, जगत में आते हुए कहता है हाँ कि इसी कारण वह जगत में आते समय कहता है कि बलिदान और भेंट तूने ना चाहिए, हाँ। पर मेरे लिए एक देह तैयार, मेरे लिए की कर लिया, एक देह तैयार किया। ਉਹ ਦੇਹ ਕਿਹੜੀ ਤਿਆਰ ਕੀਤੀ ਆ? ਜਿੱਦਾਂ ਇੱਥੇ ਇੱਕ ਪਰਦਾ ਆ, ਉੱਥੇ ਇੱਕ ਦੇਹ ਆ। ਹਾਂ, होम बलियों और पाप बलियों से तू प्रसन्न नहीं हुआ, हाँ। तब मैंने कहा देख मैं आ गया हूँ, पवित्र स्थान में मेरे विषय में लिखा हुआ है, हाँ, ताकि पवित्र शास्त्र में की गल हो गया, स्थान नहीं, पवित्र शास्त्र में मेरे लिए लिखा हुआ है। सॉरी सर, हाँ, पवित्र शास्त्र में मेरे विषय में लिखा हुआ है, हाँ। ताकि हे परमेश्वर हाँ। तेरी इच्छा पूरी करूं। ऊपर तो वह कहता है, हाँ जी, 7 तक हो गया, ठीक है जी, लिखो। ਇਹਦੇ ਨਾਲ ਪਹਿਲਾ ਥੈਸਲੁਨੀਕੇ 4 ਦੀ 17 ਵੀ ਪੜ੍ਹ ਲਓ। ਪਹਿਲਾ ਥੈਸਲੁਨੀਕੇ 4:17। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ, ਹਾਂ। ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬਦਲਾ ਉੱਤੇ ਅਚਾਨਕ ਉਠਾਏ ਜਾਵਾਂਗੇ। ਹਾਂ, ਜਿਹੜੇ ਅਸੀਂ ਰਹਿੰਦੇ ਆ ਉਹਨਾਂ ਦੇ ਨਾਲ ਮਿਲਣ ਨੂੰ ਬਦਲਾਂ ਵਿੱਚ ਅਚਾਨਕ ਉਠਾਏ ਜਾਵਾਂਗੇ। ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਬਸ 17 ਤੱਕ, ਠੀਕ ਹੈ। ਇਸੇ ਤਰ੍ਹਾਂ ਪ੍ਰਭੂ ਦੇ ਸੰਗ ਅਸੀਂ ਸਦਾ ਲਈ ਰਹਾਂਗੇ। ਇਹਦੇ ਵਿੱਚ ਲਿਖ ਲਓ 2 ਹਿੱਸੇ, ਮਤਲਬ ਸ਼ਬਦ ਆਪਾਂ ਇਹ ਬਾਰ-ਬਾਰ ਲਿਖਣਾ। 2 ਹਿੱਸੇ ਮਤਲਬ ਇੱਕ ਦੇ ਯਿਸੂ ਲਈ ਤਿਆਰ ਕੀਤੀ ਗਈ, ਜਿਹੜਾ ਕਹਿੰਦਾ ਮੈਂ ਆ ਗਿਆ, ਹਨਾ, ਮੈਨੂੰ ਇੱਕ ਦੇ ਦਿੱਤੀ ਗਈ। 2 ਹਿੱਸੇ ਮਤਲਬ ਇੱਕ ਦੇ ਯਿਸੂ ਲਈ ਤਿਆਰ ਕੀਤੀ ਗਈ ਜੋ ਬਲੀ ਹੋਣੀ ਹੈ। ਜਿਹੜੀ ਯਿਸੂ ਲਈ ਤਿਆਰ ਕੀਤੀ ਗਈ ਸੀ ਉਹ ਕੀ ਹੋਣੀ ਸੀ? ਉਹ ਬਲੀ ਹੋਣੀ ਸੀ। ਹਾਲੇਲੂਇਆ। ਯਿਸੂ ਲਈ ਤਿਆਰ ਕੀਤੀ ਦੇ ਬਲੀ ਹੋਣੀ ਹੈ। ਅਤੇ ਇੱਕ ਦੇ ਸਾਨੂੰ ਦਿੱਤੀ ਗਈ ਆ। ਦੂਸਰੀ ਕਿਹੜੀ ਆ? ਸਾਨੂੰ ਦਿੱਤੀ ਗਈ। ਇੱਕ ਦੇ ਯਿਸੂ ਨੂੰ ਦਿੱਤੀ ਗਈ ਜਿਹੜੀ ਬਲੀ ਹੋਣੀ ਆ, ਇੱਕ ਦੇ ਸਾਨੂੰ ਦਿੱਤੀ ਗਈ ਜੋ ਜਲਾਲੀ ਹੋਵੇਗੀ। ਇੱਕ ਦੇ ਸਾਨੂੰ ਦਿੱਤੀ ਜਾਵੇਗੀ। ਯਿਸੂ ਨੂੰ ਦਿੱਤੀ ਗਈ ਹੈ ਜਿਹੜੀ ਬਲੀ ਹੋ ਗਈ ਆ, ਇੱਕ ਸਾਨੂੰ ਦੇ ਦਿੱਤੀ ਜਾਣੀ ਆ ਜਿਹੜੀ ਕੀ ਹੋਣੀ ਆ? ਜਲਾਲੀ ਆ। ਤੇ ਅਸੀਂ ਕੀ ਹੋ ਜਾਣਾ ਆ? ਉਠਾਏ ਜਾਣਾ ਆ। ਹਾਲੇਲੂਇਆ। ਸੋ ਪਰਦਾ ਜਿਹੜਾ ਫਟਿਆ ਆ, 2 ਹਿੱਸੇ ਹੋਇਆ, ਕਿੰਨੀਆਂ ਗੱਲਾਂ ਸਾਡੇ ਨਾਲ ਕਰ ਰਿਹਾ ਹੈ। ਯਿਸੂ ਬਲੀ ਹੋ ਗਿਆ, ਸਾਨੂੰ ਜਲਾਲੀ ਬਣਾ ਗਿਆ। ਦੂਸਰੇ ਸ਼ਬਦਾਂ ਵਿੱਚ ਹਾਲੇਲੂਇਆ। ਸਾਨੂੰ ਪਾਪਾਂ ਵਿੱਚ ਮਰਨ ਲਈ ਛੱਡ ਕੇ ਨਹੀਂ ਗਿਆ, ਸਾਨੂੰ ਜਲਾਲੀ ਬਣਾ ਗਿਆ। ਆਪਣਾ ਸਾਡੇ ਗੁਨਾਹਾਂ ਦਾ ਭਾਰ ਆਪਣੇ ਉੱਪਰ ਲੈ ਗਿਆ। ਲੂਕਾ 15 ਦੀ 30 ਤੋਂ 32 ਹੈ। ਹਾਲੇਲੂਇਆ। ਅਗਰ ਕੋਈ ਲਾਈਵ ਹੈ ਤੇ ਟਾਈਪ ਕਰਦੇ ਜਾਣਾ ਜੀ, ਆਇਤ ਨੂੰ और हिंट ਨੂੰ टाइप करते जाओ। परंतु जब तेरा ये पुत्र जिसने तेरी संपत्ति वेश्याओं
उड़ा दी है। आया तो उसके लिए तूने पला हुआ बछड़ा कटवाया। हाँ उसने उससे कहा, पुत्र तू सर्वदा मेरे साथ है हाँ। और जो कुछ मेरा है वह सब तेरा ही है, परंतु अब आनंद करना और मगन होना चाहिए, क्योंकि ये तेरा भाई मर गया था फिर जी गया है, खो गया था अब मिल गया है। हाँ, हालेलुया। ਇਹਦੇ ਚ ਸਾਨੂੰ ਕੀ ਸਿੱਖਿਆ? ਦੋ ਹਿੱਸੇ ਮਤਲਬ ਇੱਕ ਮਨੁੱਖ ਦੇ ਦੋ ਪੁੱਤਰ। ਦੋ ਹਿੱਸੇ ਮਤਲਬ ਇੱਕ ਮਨੁੱਖ ਦੇ ਦੋ ਪੁੱਤਰ, ਜਿਨ੍ਹਾਂ ਵਿੱਚ ਇੱਕ ਘਰ ਵਿੱਚ ਰਿਹਾ, ਜਿਨ੍ਹਾਂ ਵਿੱਚੋਂ ਇੱਕ ਘਰ ਵਿੱਚ ਰਿਹਾ, ਇੱਕ ਉੱਜੜ ਕੇ ਵਾਪਸ ਆਏਗਾ। ਹਾਲੇਲੂਇਆ। ਹੈ ਨਾ? ਇੱਕ ਕਲੀਸਿਆ ਰੂਪੀ ਘਰ ਨੂੰ ਛੱਡਦੇ ਨਹੀਂ, ਇੱਕ ਫੇਰ ਕੀ ਕਰਦੇ ਆ, ਆਪਣੀ ਜਿਹੜੀ ਉਹਨਾਂ ਦਾ ਹਿੱਸਾ ਆ ਉਹਨੂੰ ਲੈ ਕੇ ਕੀ ਕਰਦੇ ਆ, ਉਜਾੜ ਦਿੰਦੇ ਆ। ਹਾਲੇਲੂਇਆ। ਫਿਰ ਸੂਰਾਂ ਵਾਲੀ ਜਦੋਂ ਪਹਿਚਾਣ ਹੁੰਦੀ ਨਾ, ਸੂਰਾਂ ਦਾ ਭੋਜਨ ਖਾਣਾ ਪੈਂਦਾ, ਅੱਛਾ ਮੋਤੀ ਖਾਣ ਤੋਂ ਬਾਅਦ ਭੋਜਨ ਖਾਣਾ ਪੈਂਦਾ ਆ, ਫਿਰ ਉਹਨਾਂ ਨੂੰ ਸੁਰਤ ਆਉਂਦੀ ਤੇ ਵਾਪਸ ਆਉਂਦੇ ਆ। ਦੋ ਹਿੱਸੇ ਪਰਦਾ ਇਹ ਗੱਲ ਕਰ ਰਿਹਾ। ਇੱਕ ਉਹ ਜਿਹੜੇ ਵਫਾਦਾਰੀ ਦੇ ਨਾਲ ਘਰ ਦੇ ਵਿੱਚ ਹੀ ਆ, ਇੱਕ ਉੱਜੜ ਗਏ ਆ ਤੇ ਉਹ ਕੀ ਹੋਣਗੇ, ਵਾਪਸ ਆ ਜਾਣਗੇ। ਹਾਲੇਲੂਇਆ। ਤੇ ਆਉਂਦੇ ਵੀ ਆ, ਜਿੱਦਾਂ ਇਹ ਉਜਾੜੂ ਪੁੱਤਰ ਆ ਗਿਆ। ਹਾਲੇਲੂਇਆ। ਕਿਉਂਕਿ ਇੱਕੋ ਪਿਤਾ ਦੇ ਆ ਨਾ ਦੋਨੇ ਪੁੱਤਰ। ਹਾਲੇਲੂਇਆ। ਸੋ ਸਾਡੇ ਵਿੱਚ ਵੀ ਵਚਨ ਦਾ ਬੀਜ ਆਇਆ, ਜਿਹੜੇ ਕਲੀਸਿਆ 'ਚ ਟਿਕ ਗਏ ਆ ਉਹਨਾਂ 'ਚ ਵੀ ਵਚਨ ਦਾ ਬੀਜ ਹੈ, ਜਿਹੜੇ ਕਲੀਸਿਆ 'ਚ ਕੀ ਹੋ ਗਏ ਆ, ਨੱਸ ਗਏ ਆ। ਪਰ ਬੀਜ ਦੇ ਕਾਰਨ ਕੀ ਹੋਣਾ ਆ, ਵਾਪਸ ਆਉਣਾ ਆ। ਜੇ ਬੀਜ ਨਹੀਂ ਤੇ ਫਿਰ ਅਸੀਂ ਉਹ ਗੱਲ ਨਹੀਂ ਕਹਿ ਸਕਦੇ, ਪਰ ਬੀਜ ਵਾਲੇ ਕੀ ਹੋਣਗੇ, ਵਾਪਸ ਆ ਜਾਣਗੇ ਆਪਣੇ ਬਾਪ ਦੇ ਘਰ ਦੇ ਵਿੱਚ। ਔਰ ਬਹੁਤ ਹੀ ਤਰਸਯੋਗ ਹਾਲਤ ਨਾਲ ਆਉਣਗੇ, ਬੜੇ ਦੁਖੀ ਹਿਰਦੇ ਦੇ ਨਾਲ ਆਉਣਗੇ, ਔਰ ਇਦਾਂ ਦੀ ਹਾਲਤ ਵਿੱਚ ਆਉਣਗੇ, ਹੁਣ ਸਾਨੂੰ ਕਲੀਸਿਆ 'ਚ ਕੋਈ ਰੁਤਬਾ ਨਹੀਂ ਚਾਹੀਦਾ, ਬਸ ਸਾਨੂੰ ਮਾੜੇ ਜਿਹਾ ਰਹਿਣ ਦਾ ਬੈਠਣ ਦਾ ਸਥਾਨ ਦੇ ਦਿਓ। ਉਹਨਾਂ ਦੀ ਭਾਵਨਾ ਇਦਾਂ ਦੀ ਹੋਊਗੀ। ਜਿਹੜੀ ਕਲੀਸਿਆ ਨੂੰ ਮਸੀਹ ਤਿਆਰ ਕਰ ਰਿਹਾ, ਉਸ ਕਲੀਸਿਆ ਦੇ ਸੰਬੰਧ ਵਿੱਚ ਮੈਂ ਗੱਲ ਕਰ ਰਿਹਾ। ਉੱਥੇ ਵੀ ਲੋਕਾਂ ਦੀ ਹਾਲਤ ਇਦਾਂ ਦੀ ਹੋਊਗੀ, ਉਹ ਆ ਕੇ ਸਿਰਫ ਕਹਿਣਗੇ ਸਾਨੂੰ ਮਾੜਾ ਜਿਹਾ ਬੈਠਣ ਦੀ ਸਥਾਨ ਹੀ ਦੇ ਦਿਓ, ਤੇ ਪਿਤਾ ਕੀ ਕਹੂਗਾ, ਬੈਠਣ ਦਾ ਸਥਾਨ ਛੱਡ, ਤੂੰ ਤੇਰੇ ਲਈ ਪਾਰਟੀ ਕੀਤੀ ਜਾਊਗੀ। ਹਾਲੇਲੂਇਆ। ਤੇਰੇ ਲਈ ਤੂੰ ਉਜਾੜ ਦਿੱਤਾ ਆ, ਪਰ ਤੇਰੇ ਲਈ ਮੇਰਾ ਪਰਸਨਲ ਜਿਹੜਾ ਬਾਪ ਦਾ ਹਿੱਸਾ ਆ ਉਹ ਹਜੇ ਤੇਰੇ ਲਈ ਹੈਗਾ ਆ। ਹਾਲੇਲੂਇਆ। ਹਾਲੇਲੂਇਆ। ਪੁੱਤਰਾਂ 'ਚ ਦੋਨਾਂ 'ਚ ਵੰਡ ਦਿੱਤੀ ਆ, ਪਰ ਇੱਕ ਬਾਪ ਦਾ ਵੀ ਹਿੱਸਾ ਨਾ, ਉਹਦੇ 'ਚੋਂ ਕਹਿ ਉਹਨੂੰ ਦੇ ਰਿਹਾ ਹੈ। ਹਾਲੇਲੂਇਆ। ਹਾਲੇਲੂਇਆ। ਪਰ ਸਾਡੇ 'ਚ ਇਦਾਂ ਨਾ ਹੋ ਜਾਵੇ, ਜਿਹੜਾ ਘਰ 'ਚ ਸੀਗਾ ਤੇ ਉਹ ਬਾਅਦ 'ਚ ਉਹਨੂੰ ਆਉਂਦਾ ਪਸੰਦ ਨਾ ਕਰੇ। ਇੱਥੇ ਇਦਾਂ ਹੀ ਹੋਈ ਸੀ ਨਾ, ਉਹ ਕਹਿੰਦਾ ਲੈ ਮੈਂ ਤੇਰਾ ਸਦਾ ਰਿਹਾ, ਵਫਾਦਾਰੀ 'ਚ ਰਿਹਾ, ਸਾਰਾ ਬਿਜ਼ਨਸ ਤੇਰਾ ਸੰਭਾਲਿਆ, ਸਭ ਕੁਝ ਆਗਿਆਕਾਰੀ ਕੀਤੀ ਆ, ਤੂੰ ਮੇਰੇ ਲਈ ਕਦੀ ਏਦਾਂ ਦੀ ਪਾਰਟੀ ਕੀਤੀ। ਉਹਨੂੰ ਜਲਨ ਆ ਗਈ। ਸਾਡੇ 'ਚ ਇਦਾਂ ਦਾ ਕੋਈ ਹੋਵੇ ਨਾ। ਹਾਲੇਲੂਇਆ। ਕਿਸੇ ਵੀ ਕਲੀਸਿਆ 'ਚ ਕੋਈ ਇਦਾਂ ਦਾ ਹੋਵੇ ਨਾ, ਜਦੋਂ ਕੋਈ ਵਾਪਸ ਆਵੇ ਤੇ ਉਹਨੂੰ ਚਾਅ ਦੇ ਨਾਲ ਕਬੂਲ ਕਰੇ। ਹਾਲੇਲੂਇਆ। ਹਾਲੇਲੂਇਆ। ਸੋ ਅੱਜ ਅੱਗੇ ਆ ਫਿਲਿੱਪੀਓਂ 1 ਅਧਿਆਇ ਉਹਦੀ 21 ਹੈ। ਇਹ ਵਚਨ ਨੂੰ ਆਪਾਂ ਇੰਨਾ ਵਿਸਥਾਰ ਦੇ ਨਾਲ ਐਤ ਕਿਉਂ ਦੇਖ ਰਹੇ ਆ, ਕਿਉਂਕਿ ਇਹ ਪਰਦਾ ਜਿਹੜਾ ਨਾ ਅਸਲ ਦੇ ਵਿੱਚ ਕਿਹਨੂੰ ਦਿਖਾਉਂਦਾ ਆ, ਯਿਸੂ ਮਸੀਹ ਨੂੰ ਦਿਖਾਉਂਦਾ ਆ। ਤੇ ਯਿਸੂ ਮਸੀਹ ਦੀ ਸੇਵਕਾਈ ਦੇ ਉਹ ਸਰਵ ਉੱਚ ਪਦ ਨੂੰ ਦਿਖਾ ਰਿਹਾ ਆ, ਜਿੱਥੇ ਉਹਨੇ ਪਾਪ ਨੂੰ ਕੱਲਾ ਉਠਾਉਣਾ ਹੀ ਨਹੀਂ, ਸਾਡੇ ਪਾਪਾਂ ਦੇ ਲਈ ਆਪਣੀ ਜਾਨ ਵੀ ਦੇਣੀ ਆ, ਕੀਮਤ ਵੀ ਦੇਣੀ ਆ। ਇਸ ਲਈ ਇਹ ਗੱਲ ਨੂੰ ਆਪਾਂ ਕਾਫੀ ਦੂਰ ਤੱਕ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ। क्योंकि मेरे लिए जीवित रहना मसीह है और मर जाना लाभ है। लाभ है। देखो दो हिस्से मतलब जीना मसीह ਅਤੇ मरना लाभ है। ਜੇ ਮੈਂ ਜਿੰਦਾ ਰਵਾਂ ਤੇ ਬਹੁਤੀਆਂ ਜਾਨਾਂ ਤੱਕ ਹੋਰ ਪਹੁੰਚਣ ਦੀ ਕੋਸ਼ਿਸ਼ ਕਰੂੰਗਾ। ਹਾਲੇਲੂਇਆ। ਔਰ ਜੇ ਮੈਂ ਮਰ ਜਾਵਾਂ ਤੇ ਆਪਣੇ ਪ੍ਰਭੂ ਦੇ ਨਾਲ ਜਾ ਕੇ ਮਿਲੂੰਗਾ। ਹਾਲੇਲੂਇਆ। ਇਸ ਲਈ ਜੀਣਾ ਮੇਰੇ ਲਈ ਕੀ ਆ, ਇਹ ਪਰਦਾ ਫਟਿਆ ਹੋਇਆ ਕੀ ਦਿਖਾ ਰਿਹਾ, ਦੋ ਗੱਲਾਂ ਨੂੰ, ਜੀਣਾ ਮਸੀਹ ਆ ਤੇ ਮਰਨਾ ਕੀ ਆ, ਲਾਭ ਆ। ਅੱਜ ਦੁਨੀਆ ਵਿੱਚ ਦੋਨੇ ਚੀਜ਼ਾਂ ਪ੍ਰੋਬਲਮ ਹੈ। ਲੋਕਾਂ ਲਈ ਜੀਣਾ ਮੁਸੀਬਤ ਬਣਿਆ ਪਿਆ ਹੈ ਤੇ ਮਰਨ ਤੋਂ ਉਦਾਂ ਹੀ ਬਹੁਤ
ਡਰਦੇ ਆ। ਹਾਲੇਲੂਇਆ। ਲੋਕਾਂ ਦਾ ਕਹਿਣਾ, ਪੁੱਛੋ ਕੀ ਹਾਲ ਆ, ਦਿਨ ਕੱਟ ਰਹੇ ਆ ਜੀ। ਕੀ ਕਰ ਰਹੇ ਆ? ਟਾਈਮ ਪਾਸ ਕਰ ਰਹੇ ਆ, ਦਿਨ ਕੱਟ ਰਹੇ ਆ। ਪਰ ਇਹ ਦਿਨ ਨਹੀਂ ਕੱਟ ਰਿਹਾ। ਹਾਲੇਲੂਇਆ। ਆ ਜਾਓ। ਫਿਲਿੱਪੀਓਂ 3 ਅਧਿਆਇ ਉਹਦੀ 10 ਤੇ 11 ਆਏ। ਤਾਂ ਜੋ ਮੈਂ ਉਹਨੂੰ ਅਤੇ ਉਹਦੇ ਜੀ ਉੱਠਣ ਦੀ ਸ਼ਕਤੀ ਨੂੰ ਅਤੇ ਉਹਦਿਆਂ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ। ਜੀ ਉੱਠਣ ਦੀ ਸ਼ਕਤੀ ਨੂੰ ਜਾਣ ਲਵਾਂ, ਮੌਤ ਨੂੰ ਕੀ ਕਰ ਲਵਾਂ? ਮੌਤ ਦੇ ਸਰੂਪ ਨਾਲ ਮਿਲ ਜਾਵਾਂ। ਮੌਤ ਦੇ ਸਰੂਪ ਦੇ ਨਾਲ, ਮੌਤ ਦੇ ਸਰੂਪ 'ਚ ਵੀ ਅਗਰ ਅਸੀਂ ਮਿਲਣਾ ਹੈ ਨਾ, ਤੇ ਉਹ ਕਿਹਦੇ ਸਰੂਪ 'ਚ ਮਿਲਣਾ ਹੈ? ਮੰਨ ਲਓ ਮੈਂ ਮਰਨਾ ਹੈ ਤੇ ਮੈਂ ਮਸੀਹ ਦੇ ਸਰੂਪ ਦੇ ਵਿੱਚ ਮੈਂ ਚਾਹੁੰਦਾ ਮੇਰੀ ਮੌਤ ਹੋਵੇ। ਤੇ ਜੇ ਮੇਰੇ ਕਰਮ ਮਸੀਹ ਵਾਲੇ ਹੋਣਗੇ, ਸੁਭਾਅ ਮੇਰੇ 'ਚ ਉਹਦੇ ਵਾਲਾ ਆਊਗਾ, ਤੇ ਫੇਰ ਹੀ ਮੈਂ ਉਹਦੀ ਸਮਾਨਤਾ ਵਿੱਚ ਮਰੂੰਗਾ ਕਿ ਨਹੀਂ? ਮੌਤ ਮੇਰੀ ਉਹਦੀ ਸਮਾਨਤਾ 'ਚ ਗਿਣੀ ਜਾਊਗੀ। ਜੇ ਮੇਰਾ ਚਾਲਾ ਹੀ ਨਹੀਂ ਸੁਧਰਿਆ ਤੇ ਫੇਰ ਮੇਰੀ ਮੌਤ ਜਿਹੜੀ ਹੈ ਨਾ ਉਹਦੀ ਸਮਾਨਤਾ ਦੇ ਵਿੱਚ ਨਹੀਂ ਹੋਊਗੀ। ਪਰ ਇਹਦੀ ਇੱਕ ਹਾਰ ਦੀ ਇੱਛਾ ਹੈ, ਜੀ ਵੀ ਉਹਦੇ ਵਾਂਗੂ ਉੱਠਣਾ ਆ ਤੇ ਮਰਨਾ ਵੀ ਉਹਦੇ ਵਾਂਗੂ ਹੀ ਹੈ। ਹਾਲੇਲੂਇਆ, ਹਾਲੇਲੂਇਆ। ਸੋ ਪਰਦਾ ਸਾਡੇ ਲਈ ਇਹਨਾਂ ਸ਼ਬਦਾਂ ਵਚਨਾਂ ਵਿੱਚੋਂ ਗੁੱਝੇ ਤੌਰ ਤੇ ਸਾਡੇ ਲਈ ਇਹ ਇਸ਼ਾਰਾ ਕਰ ਰਿਹਾ ਆ। ਦੇਖੋ, ਦੋ ਹਿੱਸੇ, ਮਤਲਬ ਮਰਨਾ ਔਰ ਮਹਿਮਾ ਵਿੱਚ ਜੀ ਉੱਠਣਾ। ਕੀ ਮਤਲਬ ਦੋ ਹਿੱਸੇ ਦਾ? ਮਰਨਾ ਆ ਔਰ ਮਹਿਮਾ ਦੇ ਵਿੱਚ ਕੀ ਹੋ ਜਾਣਾ ਆ? ਜੀ ਉੱਠਣਾ ਆ। ਯਿਸੂ ਮਰਿਆ ਤੇ ਮਹਿਮਾ ਵਿੱਚ ਕੀ ਹੋ ਗਿਆ ਭਲਾ? ਜੀ ਉੱਠਿਆ। ਇਹ ਪਰਦਾ ਜਿਹੜਾ ਫਟਿਆ, ਇਹਦੇ ਵਿੱਚੋਂ ਦੀ ਕੀ ਹੋ ਗਿਆ? ਉਹ ਨਿਕਲ ਗਿਆ। ਔਰ ਇਸ ਪਵਿੱਤਰ ਸਥਾਨ ਦੇ ਵਿੱਚ, ਅਤੀ ਪਵਿੱਤਰ ਸਥਾਨ ਦੇ ਵਿੱਚ ਹੀ ਉਹ ਰੁਕਿਆ ਨਹੀਂ। ਇਸ ਪਰਦੇ ਨੂੰ ਪਾੜ ਕੇ ਸਿੱਧਾ ਹੀ ਕਿੱਥੇ ਚਲਾ ਗਿਆ? ਸਵਰਗਾਂ ਦੇ ਵਿੱਚ ਚਲਾ ਗਿਆ। ਕੀ ਲੈ ਕੇ ਗਿਆ? ਆਪਣਾ ਹੀ ਲਹੂ, ਕਿਸੇ ਜਾਨਵਰ ਦਾ ਨਹੀਂ। ਹਾਲੇਲੂਇਆ। ਇਸ ਲਈ ਮਰਨਾ ਆ ਔਰ ਕੀ ਕਰਨਾ ਆ? ਮਹਿਮਾ ਵਿੱਚ ਜੀ ਉੱਠਣਾ ਹੈ। ਔਰ ਫਿਲਿੱਪੀਓਂ 3:21 ਹੈ, ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹਦੇ ਨਾਲ ਉਹ ਸਭਨਾ ਅਵਸਥਾ ਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ, ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈ ਬਣਾਵੇਗਾ। ਹਾਂ, ਦੀਨਤਾ ਦੇ ਸਰੀਰ ਨੂੰ ਤੇਜ ਦੇ ਸਰੀਰ ਦੇ ਵਿੱਚ ਬਣਾਏਗਾ। ਯਾਨੀ ਕਿ ਮਿਟਣਹਾਰ ਦੇਹ ਨੂੰ, ਨਾਸ਼ਵਾਨ ਦੇਹ ਨੂੰ ਅਵਿਨਾਸ਼ੀ ਦੇਹ ਦੇ ਰੂਪ ਦੇ ਵਿੱਚ ਕੀ ਕਰੂਗਾ? ਉਹ ਬਣਾਊਗਾ। ਹਾਲੇਲੂਇਆ। ਸੋ ਇਹ ਪਰਦਾ ਸਾਡੇ ਲਈ ਇਹ ਗੱਲਾਂ ਬੋਲ ਰਿਹਾ ਆ। ਇਹ ਪਰਦਾ ਸਾਨੂੰ ਇਹ ਸੁਝਾਅ ਦੇ ਰਿਹਾ ਆ, ਸਾਡੇ ਲਈ ਇਹ ਆਗਿਆਵਾਂ ਭੇਜ ਰਿਹਾ ਆ, ਔਰ ਸਾਨੂੰ ਇਸ ਗੱਲ ਦੀ ਤਿਆਰੀ ਕਰਨ ਦੇ ਲਈ ਇਸ਼ਾਰਾ ਕਰ ਰਿਹਾ ਆ। ਹਾਲੇਲੂਇਆ। ਆਜੋ, ਦੋ ਹਿੱਸੇ, ਮਤਲਬ ਦੀਨਹੀਨ ਦੇਹ ਮਹਿਮਾ ਦੀ ਦੇਹ ਵਾਂਗ ਹੋਣੀ ਆ। ਇਸ ਦੀਨਹੀਨ ਦੇਹ ਨੂੰ ਮਹਿਮਾ ਦੀ ਦੇਹ ਵਾਂਗ ਕਰਨ ਵੱਲ ਇਸ਼ਾਰਾ ਕਰਦਾ ਹੈ ਪਰਦਾ। ਕਿਉਂਕਿ ਯਿਸੂ ਕੋ ਵੀ ਇੱਕ ਟਾਈਮ ਦੇ ਵਿੱਚ ਕਿਹੜੀ ਦੇਹ ਸੀਗੀ? ਦੀਨਹੀਨ। ਹਾਲੇਲੂਇਆ। ਪਰ ਜਦੋਂ ਫਟਿਆ ਤੇ ਕਿਹੜੀ ਦੇਹ ਹੋ ਗਈ? ਮਹਿਮਾ ਵਾਲੀ ਦੇਹ ਹੋ ਗਈ। ਮੱਤੀ 27:51 ਹੈ। ਮੱਤੀ ਦੀ 27 ਦੇ ਹੈ, ਉਹਦੀ 51 ਹੈ। ਔਰ ਵੇਖੋ, ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤਾਈਂ ਪਾਟ ਕੇ ਦੋ ਹੋ ਗਿਆ, ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ ਅਤੇ ਕਬਰਾਂ ਖੁੱਲ ਗਈਆਂ, ਔਰ ਸੁੱਤੇ ਹੋਏ ਸੰਤਾਂ ਦੀਆਂ ਬਥੇਰੀਆਂ ਲੋਥਾਂ ਉਠਾਈਆਂ ਗਈਆਂ। ਠੀਕ ਹੈ। 27 ਦੀ 51 ਨਾ। ਦੋ ਹਿੱਸੇ, ਮਤਲਬ ਯਿਸੂ ਦਾ ਇੱਕ ਮਨੁੱਖੀ ਰੂਪ ਹੈ ਔਰ ਦੂਸਰਾ ਈਸ਼ਵਰੀ ਰੂਪ।
ਕਿਹੜਾ ਕਿਹੜਾ ਰੂਪ ਆ? ਮਨੁੱਖੀ ਰੂਪ ਹੈ ਨਾ, ਜਿੱਦਾਂ ਇਹਦਾ ਫਟ ਗਿਆ, ਇੱਕ ਪਾਸੇ ਕਿਹੜਾ ਰੂਪ ਆ? ਮਨੁੱਖੀ, ਤੇ ਇੱਕ ਪਾਸੇ ਈਸ਼ਵਰੀ। ਸੋ ਇਹਦੇ ਵਿੱਚੋਂ ਦੀ ਇਹ ਫਟੇ ਹੋਏ ਦੇ ਵਿੱਚੋਂ ਦੀ ਕੀ ਕਰਨਾ, ਜਿਹੜਾ ਰਾਹ ਬਣਿਆ ਉੱਥੋਂ ਦੀ ਅਸੀਂ ਨਿਕਲਣਾ ਹੈ। ਤੇ ਜਿਹਨੇ ਨਿਕਲਣਾ ਆ ਉਹਦੇ ਵਿੱਚ ਇਹ ਦੋਨੇ ਰੂਪਾਂ ਦਾ ਮੇਲ ਹੋਣਾ ਆ, ਦੋਨੇ ਰੂਪ, ਦੋਨੇ ਸੇਵਕਾਈਆਂ। ਹਾਲੇਲੂਇਆ। ਸੋ ਇਹਦਾ ਮਤਲਬ ਮਨੁੱਖੀ ਰੂਪ ਦੇ ਵਿੱਚ ਜਿਹੜਾ ਉਹਦੀ ਪਰਿਵਾਰਕ ਸੇਵਕਾਈ ਆ, ਪਰਿਵਾਰਕ ਜ਼ਿੰਮੇਵਾਰੀ ਉਹਨੇ ਨਿਭਾਈ ਆ, ਉਹਨੂੰ ਵੀ ਅਸੀਂ ਆਪਣੇ ਜੀਵਨਾਂ ਦੇ ਵਿੱਚ ਲੈ ਕੇ ਆਪਣੇ ਜੀਵਨ 'ਚ ਲਾਗੂ ਕਰਨਾ ਹੈ। ਤੇ ਜਿਹੜੀ ਉਹਨੇ ਈਸ਼ਵਰੀ ਸੇਵਾ ਨਿਭਾਈ ਆ ਉਹਨੂੰ ਵੀ ਕੀ ਕਰਨਾ ਆ? ਆਪਣੇ ਜੀਵਨਾਂ 'ਚ ਲੈ ਕੇ ਚੱਲਣਾ ਆ। ਹਾਲੇਲੂਇਆ। ਕਿਉਂਕਿ ਇਹ ਪਰਦਾ ਫਟਿਆ ਆ, ਯਿਸੂ ਮਸੀਹ ਪਿਤਾ ਦੇ ਕੋਲ ਪਹੁੰਚ ਹੋ ਗਈ। ਇੱਕ ਟਾਈਮ ਰੈਪਚਰ ਦੇ ਦਰਮਿਆਨ ਇਹ ਬੱਦਲ ਫਟਣੇ ਆ, ਜਿਹਦੇ ਵਿੱਚੋਂ ਦੀ ਅਸੀਂ ਵੀ ਕੀ ਹੋ ਜਾਣਾ ਆ? ਨਿਕਲ ਜਾਣਾ ਆ। ਪਰ ਉਸ ਭੈਣ ਭਰਾ ਕੋਈ ਮੌਕਾ ਹੋਣਾ ਆ ਜਿਹਨੇ ਮਸੀਹ ਵਾਂਗ ਆਪਣੇ ਜੀਵਨ ਨੂੰ ਬਣਾਉਣ ਦਾ ਮਨ ਰੱਖਿਆ ਹੋਇਆ ਹੈ। ਹਾਲੇਲੂਇਆ, ਹਾਲੇਲੂਇਆ। ਔਰ ਪ੍ਰਭੂ ਸਾਨੂੰ ਸਾਡੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਦਿਲਾਂ ਗੁਰਦਿਆਂ ਨੂੰ ਜਾਣਦਾ ਆ। ਹਾਲੇਲੂਇਆ। ਔਰ ਸਾਡੇ ਬਹੁਤ ਹੀ ਸਮਿਆਂ ਤੋਂ ਅਸੀਂ ਆਪਣੇ ਆਪ ਦੇ ਵਿੱਚ, ਆਪਣੇ ਜੀਵਨਾਂ ਵਿੱਚ ਕਮਜ਼ੋਰੀਆਂ ਨੂੰ ਮਹਿਸੂਸ ਕਰਦੇ ਹਾਂ, ਗਲਤੀਆਂ ਨੂੰ ਮਹਿਸੂਸ ਕਰਦੇ, ਕਮੀਆਂ ਨੂੰ ਮਹਿਸੂਸ ਕਰਦੇ ਹਾਂ। ਪਰ ਖੁਦਾਵੰਦ ਖੁਦਾ ਆਪਣੇ ਸਮੇਂ ਤੇ ਉਹ ਅੰਸ਼ ਕਰਕੇ ਕੀ ਕਰ ਰਿਹਾ ਹੈ? ਭਲਾ ਕੱਢਦਾ ਜਾ ਰਿਹਾ ਹੈ। ਅੰਸ਼ ਕਰਕੇ ਕਮਜ਼ੋਰੀ ਨੂੰ ਕੱਢ ਦੇਣ ਤੋਂ ਭਾਵ ਕੀ ਆ ਕਿ ਇਹਦੇ ਵਿੱਚ ਕਮਜ਼ੋਰੀ ਨਿਕਲਦਾ ਹੀ ਕਿਤੇ ਘਮੰਡ ਨਾ ਆ ਜਾਵੇ। ਹਾਲੇਲੂਇਆ। ਕਿਉਂਕਿ ਬਹੁਤਿਆਂ ਚ ਜਿਨ੍ਹਾਂ ਚ ਜਲਦੀ ਨਿਕਲ ਜਾਂਦੀ, ਉਹ ਜਲਦੀ ਕੀ ਆ ਜਾਂਦਾ, ਉਹਨਾਂ ਚ ਜਲਦੀ ਘਮੰਡ ਆਇਆ। ਘਮੰਡ ਫਿਰ ਸਭ ਤੋਂ ਵੱਡਾ ਪਾਪ। ਸੋ ਖੁਦਾ ਸਾਨੂੰ ਸਾਡੇ ਲਈ, ਉਹਨੂੰ ਪਤਾ ਹੈ ਇਹਦੇ ਚੋਂ ਜੇ ਆ ਚਲਦੀ ਨਾ ਜਲਦੀ ਤੇ ਇਹਨੇ ਫੁੱਲ ਵੀ ਜਲਦੀ ਜਾਣਾ। ਕਿਉਂਕਿ ਆਪਾਂ ਜਲਦੀ ਦੋਸ਼ੀ ਠਹਿਰਾਉਣੇ ਦੂਸਰਿਆਂ ਸ਼ੁਰੂ ਕਰ ਦੇਣੇ। ਇਹ ਨਹੀਂ ਆਪਾਂ ਆਪਣੇ ਜੀਵਨ 'ਚ ਕਦੀ ਵੀ ਧਿਆਨ ਕਰਦੇ ਆ ਆਪਾਂ ਕਿੰਨੇ ਦੋਸ਼ਾਂ ਦੇ ਹਜੇ ਵੀ ਭਰੇ ਪਏ ਆ। ਹਾਲੇਲੂਇਆ। ਉਹਦੇ 'ਚ ਖੁਦਾ ਸਾਨੂੰ ਕੀ ਕਰਦਾ ਆ? ਸਮੇਂ-ਸਮੇਂ ਤੇ ਉਹ ਸਾਡੇ 'ਚੋਂ ਕਮਜ਼ੋਰੀ ਨੂੰ ਕੀ ਕਰਦਾ ਆ? ਕੱਢਦਾ ਰਹਿੰਦਾ ਹੈ। ਔਰ ਸਾਡੇ 'ਚ ਇਹ ਜਿਹੜੀ ਕਮਜ਼ੋਰੀ ਆ ਸਾਨੂੰ ਲਾਸਟ ਮੂਵਮੈਂਟ ਤੱਕ ਵੀ ਕੀ ਹੋਣੀ ਆ? ਨਜ਼ਰ ਆਉਂਦੀ ਰਹਿਣੀ ਆ। ਪਰ ਅਸੀਂ ਕੀ ਕਰਨਾ? ਅਸੀਂ ਮਨ ਕੀ ਰੱਖਣਾ ਆ? ਪ੍ਰਭੂ ਮੈਂ ਇਹਦੇ ਤੋਂ ਕੀ ਕਰਨਾ ਚਾਹੁੰਦਾ ਆ? ਛੁੱਟਣਾ ਚਾਹੁੰਦਾ ਆ। ਹਾਲੇਲੂਇਆ, ਹਾਲੇਲੂਇਆ। ਤੇ ਖੁਦਾਵੰਦ ਉਸ ਟਾਈਮ ਕੀ ਕਰੂਗਾ? ਜਦੋਂ ਤੁਰੀ ਵੱਜੂਗੀ ਉਸੇ ਟਾਈਮ ਇਹ ਖੁਦਾ ਸਾਨੂੰ ਕੀ ਕਰ ਦੂਗਾ? ਪੂਰੀ ਤਰ੍ਹਾਂ ਧੋ ਦਊਗਾ। ਹਾਲੇਲੂਇਆ, ਹਾਲੇਲੂਇਆ। ਸੋ ਉਹਨਾਂ ਕਮੀਆਂ ਤੋਂ ਛੁਟਕਾਰਾ ਪਾਏ ਹੋਏ ਆਪਾਂ ਦੇਖਾਂਗੇ, ਕਿਉਂਕਿ ਸਾਨੂੰ ਅਸੀਂ ਆ ਜਿਹੜੇ ਉਹਦੇ ਲੋਕ ਆ, ਔਰ ਜਿਨ੍ਹਾਂ ਨੂੰ ਉਹ ਤੁਰੀ ਦੀ ਆਵਾਜ਼ ਸੁਣਨੀ ਆ, ਬਾਕੀਆਂ ਨੂੰ ਸੁਣਨੀ ਨਹੀਂ। ਔਰ ਉਹਨੂੰ ਹੀ ਸੁਣਨੀ ਆ ਜਿਹਦੇ ਅੰਦਰ ਆਪਣੀਆਂ ਕਮੀਆਂ ਲਈ ਹਮੇਸ਼ਾ ਦੁੱਖ ਰਹਿੰਦਾ ਹੈ। ਹਾਲੇਲੂਇਆ। ਸੋ ਆਓ ਅੱਗੇ ਵਧਦੇ ਹਾਂ। प्रकाशित वाक्य 1:18 में पढ़िए। मैं मर गया था और अब देख मैं युगानुयुग जीवता हूँ और मृत्यु और अधोलोक की कुंजियां मेरे ही पास है। हाँ, मौत दियां ते अधोलोक दियां कुंजियां किहदे कोल आ? मेरे कोल आ ना। प्रकाशित वाक्य 1:18। ठीक है। मनुखी तौर ते जान दे रहा है, ईश्वरी तौर ते अनंत जीवन दे रहा है। मनुखी तौर ते की कीता उन्हें? जान दी। पर ईश्वरी तौर ते की दे रहा है? दे ही रहा भी। हालेलुया। सो ਉਹਨੂੰ ਤਾਈਓ ਦਾਤਾ ਕਹਿੰਦੇ ਆ। ਦਾਤਾ ਮਤਲਬ ਦੇਣ ਵਾਲਾ ਹੁੰਦਾ। ਉਹ ਮਨੁੱਖੀ ਤੌਰ ਤੇ ਕੀ ਦੇ ਰਿਹਾ? ਭਲਾ ਜਾਨ ਦੇ ਰਿਹਾ। ਪਰ ਈਸ਼ਵਰੀ ਤੌਰ ਤੇ ਕੀ ਨਾਲ ਦੇ ਰਿਹਾ? ਅਨੰਤ ਜੀਵਨ ਦੇ ਰਿਹਾ। ਹਾਲੇਲੂਇਆ। ਸੋ ਅਨੰਤ ਜੀਵਨ ਉਹਦੇ ਕੋਲ ਆ। ਬਹੁਤਾਇਤ ਦਾ ਜੀਵਨ ਉਹਦੇ ਕੋਲ ਆ। ਯਹੋਨਾ 1:14। ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਤੇਜ ਵਰਗਾ ਡਿਠਾ। ਹਾਂ, ਦੇਖੋ ਦੋ ਇਸੇ मतलब एक देहधारी प्रकाशन
शब्द की होया, हाँ, एक प्रकाशन किया, हाँ, एक प्रकटीकरण किया। प्रकाशन में प्रकटीकरण जो भी प्रकट करके दे देता, खोल के दे देता है, जो सामने ले आंदा भावे। दो इससे मतलब एक देहधारी प्रकाशन, दूजा आत्मिक प्रकाशन। देह ਦੇ ਵਿੱਚ ਵੀ ਪ੍ਰਗਟ ਹੋਇਆ ਹੈ ਪ੍ਰਕਾਸ਼ ਹੈ, ਔਰ ਆਤਮਾ ਵਿੱਚ ਵੀ ਕੀ ਹੋਇਆ ਹੈ, ਪ੍ਰਗਟ ਹੋਇਆ ਪ੍ਰਕਾਸ਼ ਹੈ। ਔਰ ਉਹ ਕੀ ਆ, ਪਹਿਲਾ प्रकाशित वाक्य पहला अध्याय पहली है, प्रकाशित वाक्य पहला अध्याय पहली आय। ਯਿਸੂ ਮਸੀਹ ਦਾ ਪ੍ਰਕਾਸ਼, ਹਾਂਜੀ, ਜਿਹੜਾ ਪਰਮੇਸ਼ਰ ਨੇ ਆਪਣੇ ਦਾਸਾਂ ਨੂੰ ਵਿਖਾਉਣ ਲਈ ਉਹਨੂੰ ਦਿੱਤਾ, ਅਰਥਾਤ ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ, ਅਤੇ ਬਸ ਯਿਸੂ ਮਸੀਹ ਦਾ ਪ੍ਰਕਾਸ਼ ਜਿਹੜਾ ਉਹਨੇ ਦਿੱਤਾ। ਯਿਸੂ ਦਾ ਪ੍ਰਕਾਸ਼ ਕੀ ਆ, ਦੇਹ ਦੇ ਵਿੱਚ ਵੀ ਆ, ਔਰ ਕਾਹਦੇ ਵਿੱਚ ਵੀ ਆ, ਆਤਮਾ ਦੇ ਵਿੱਚ ਵੀ। ਔਰ ਅਗਲਾ ਪ੍ਰਕਾਸ਼ ਕੀ ਆ, 12 ਤੋਂ 18 ਆਇਤ ਵੀ ਪੜ੍ਹ ਲਈ ਪਹਿਲੇ ਦੇ। ਅਤੇ ਮੈਂ ਉਸ ਆਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ ਵੇਖਣ ਲਈ ਭਵਿਆ, ਅਤੇ ਜਾਂ ਭਵਿਆ ਤਾਂ ਸੋਨੇ ਦੇ 7 ਸ਼ਮਾਦਾਨ ਵੇਖੇ, ਅਤੇ ਉਹਨਾਂ ਸ਼ਮਾਦਾਨ ਦੇ ਵਿਚਕਾਰ ਮਨੁੱਖ ਦੇ ਪੁੱਤਰ ਦੀ ਨਿਆਈ ਕੋਈ ਵੇਖਿਆ, ਜਿਹੜਾ ਪੈਰਾਂ ਤੀਕ ਦਾ ਜਾਮਾ ਪਹਿਨੇ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨੇ ਹੋਏ ਸੀ। ਹਾਂ, ਇਦਾਂ ਦਾ ਰੂਪ ਆਪਾਂ ਦੇਖਿਆ ਜਦੋਂ ਯਿਸੂ ਮਸੀਹ ਨੇ ਸੇਵਕਾਈ ਕੀਤੀ ਚੇਲਿਆਂ ਦੇ ਨਾਲ। ਇਹਦਾ ਮਤਲਬ ਚੇਲਿਆਂ ਦੇ ਨਾਲ ਜਿਹੜੀ ਸੇਵਕਾਈ ਚੱਲ ਰਹੀ ਹੈ ਜਾਨ ਦੇਣ ਤੱਕ, ਉਹ ਕਿਹੜੀ ਸੇਵਾ ਆ, ਦੇਹ ਵਾਲੀ ਸੇਵਾ, ਮਨੁੱਖੀ ਸੇਵਾ, ਹਨਾ, ਦੇਹ ਧਾਰਨ ਵਾਲੀ ਸੇਵਾ। ਪਰ ਇੱਥੇ ਆਪਾਂ ਕਿਹੜੀ ਸੇਵਾ ਦੇਖਦੇ ਆ, ਆਤਮਿਕ ਸੇਵਾ ਜਾਂ ਆਤਮਿਕ ਪ੍ਰਕਾਸ਼ਨ। ਹਾਂਜੀ ਹਾਂਜੀ, 18 ਤੱਕ ਹੈ ਜੀ, 12 ਤੋਂ 18। ਅਤੇ ਉਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤਰ ਦੀ ਨਿਆਈ ਕੋਈ ਵੇਖਿਆ, ਜਿਹੜਾ ਪੈਰਾਂ ਤੀਕ ਦਾ ਜਾਮਾ ਪਹਿਨੇ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨੇ ਹੋਏ ਸੀ। ਉਹਦਾ ਸਿਰ ਅਤੇ ਵਾਲ ਚਿੱਟੀ ਉੱਨ ਦੀ ਨਿਆਈ, ਚਿੱਟੇ ਸਗੋਂ ਬਰਫ਼ ਦੇ ਸਮਾਨ ਸਨ, ਅਤੇ ਉਹਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਸਨ, ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਸਨ। ਭਾਈ ਜਾਣੀ ਦਾ ਉਹ ਭੱਟੀ ਵਿੱਚ ਤਾਇਆ ਹੋਇਆ ਹੈ, ਅਤੇ ਉਹਦੀ ਆਵਾਜ਼ ਬਾਲਿਆ ਪਾਣੀ ਦੀ ਕੂਕ ਵਰਗੀ ਸੀ। ਹਾਂਜੀ, ਉਸਨੇ ਆਪਣੇ ਸੱਜੇ ਹੱਥ ਵਿੱਚ 7 ਤਾਰੇ ਲਏ ਹੋਏ ਸਨ, ਅਤੇ ਉਹਦੇ ਮੂੰਹ ਵਿੱਚੋਂ ਇੱਕ ਦੂਧਾਰੀ ਤਿੱਖੀ ਤਲਵਾਰ ਨਿਕਲਦੀ ਸੀ, ਅਤੇ ਉਹਦਾ ਮੁਖ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ। ਹਾਂਜੀ, ਜਾਂ ਮੈਂ ਉਹਨੂੰ ਡਿੱਠਾ ਤਾਂ ਉਹਦੀ ਪੈਰੀ ਮੁਰਦੇ ਵਾਂਗੂ ਡਿੱਗ ਪਿਆ। ਤਾਂ ਉਹਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ, ਮੈਂ ਪਹਿਲਾ ਅਤੇ ਪਿਛਲਾ ਹਾਂ ਅਤੇ ਜਿਉਂਦਾ ਹਾਂ, ਮੈਂ ਮੁਰਦਾ ਸਾਂ ਔਰ ਵੇਖ ਮੈਂ ਜੁਗੋ ਜੁਗ ਜਿਉਂਦਾ ਹਾਂ। ਹਾਲੇਲੂਇਆ। ਉਹੀ ਤਸੱਲੀ ਦੇ ਰਿਹਾ, ਕਹਿੰਦਾ ਉਹੀ ਆ ਜਿਹੜਾ ਸਰੀਰ ਵਿੱਚ ਮੈਂ ਕੀ ਹੋ ਗਿਆ ਸੀਗਾ, ਮਰ ਗਿਆ ਸੀਗਾ, ਤੇ ਹੁਣ ਕਿੱਦਾਂ ਆ ਭਲਾ, ਕਿੰਨੇ ਟਾਈਮ ਜਿੰਦਾ ਆ, ਯੁਗੋ ਯੁਗ ਜਿੰਦਾ ਆ। ਹਾਲੇਲੂਇਆ। ਸੋ ਦੋ ਹਿੱਸੇ ਦਾ ਥੋੜਾ ਜਿਹਾ ਸਮਝ ਆਏ ਗੱਲ। ਚਲੋ ਇੱਕ ਐਗਜ਼ਾਮਪਲ ਤੌਰ ਤੇ ਹੋਰ ਦੇਖ ਲਓ, ਜ਼ਬੂਰ 85 ਉਹਦੀ 8 ਆਏ। ਫਿਰ ਆਪਾਂ ਅਗਲੇ ਪੜਾਅ 'ਚ ਚੱਲਦੇ ਹਾਂ, 6ਵੇਂ ਸਟੈਪ ਤੇ ਚੱਲਦੇ ਹਾਂ। ਫਿਰ ਹਾਂਜੀ, ਇਹ ਉਹ ਆਤਮਿਕ ਦੇਖਿਆ ਜਿਹੜਾ ਦੋ ਮਤਲਬ ਇੱਕ ਦੇਹ ਔਰ ਇੱਕ ਆਤਮਾ ਦੇ ਵਿੱਚ, ਉਹਦੇ ਨਾਲ ਰਿਲੇਟਡ ਹੈ। 85 ਹਾਂਜੀ, ਇਹਦੇ ਚ ਤੁਸੀਂ ਚਾਹੋ ਤਾਂ ਪ੍ਰਕਾਸ਼ਿਤ ਵਾਕਿਆ 1 12 18 ਤੱਕ ਇਹਦੇ ਚ ਲਿਖ ਸਕਦੇ ਆ ਆਤਮਿਕ ਪ੍ਰਕਾਸ਼ਨ। ਹਾਂਜੀ ਹਾਂਜੀ, ਮੈਂ ਸੁਣ ਲਵਾਂ ਭਾਈ ਯਹੋਵਾ ਪਰਮੇਸ਼ਰ ਕੀ ਆਖੇਗਾ, ਉਹ ਤਾਂ ਆਪਣੀ ਪ੍ਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ। ਭਾਈ ਉਹ ਫੇਰ ਮੁਰਗਤਾਈ ਵੱਲ 85 ਦੀ 8। ਇਹ ਤਾਂ ਨਹੀਂ ਹਿੰਟ ਦੇ ਹਿਸਾਬ ਦੇ ਨਾਲ 85 ਦੀ 8 हिंदी च देख लो। हाँ, मैं कान लगाए रहूंगा। कान लगाए रहूंगा। हाँ, सही 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 है, ठीक 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 है। कि परमेश्वर यहोवा क्या कहता मैं है। पहला शब्द नहीं देखा, ठीक है। मैं कान लगाए रहूंगा।
ਹਾਲੇਲੂਇਆ। कि परमेश्वर यहोवा क्या कहता है। ਕੀ ਕਹਿੰਦਾ ਆ, ਕੀ ਕਰਨਾ ਵੀ ਆਪਾਂ कान लगाए। ਕੰਨ ਲਾਏ ਰਹਿਣਾ ਆ ਕਿ ਯਹੋਵਾ ਪਰਮੇਸ਼ਰ ਕੀ ਕਹਿੰਦਾ ਆ, ਕੰਨ ਲਗਾ ਕੇ ਰੱਖਣਾ। ਹਾਲੇਲੂਇਆ। ਲਿਖੋ, ਮੈਂ ਕੰਨ ਲਗਾਏ ਰਹਾਂਗਾ ਕਿ ਯਹੋਵਾ ਕੀ ਕਹਿੰਦਾ ਹੈ। ਇਸ ਲਈ ਵਚਨ ਚ ਲਿਖਿਆ ਹੋਇਆ ਹੈ, ਜਿਹਦੇ ਕੰਨ ਆ ਉਹ ਸੁਣੇ। ਆਤਮਾ ਕਲੀਸਿਆ ਨੂੰ ਕੀ ਕਹਿੰਦਾ ਹੈ, ਜਿਹਦੇ ਕੰਨ ਆ ਨਾ, ਜਦੋਂ ਉਹ ਸੁਣ ਲੈਂਦਾ ਤੇ ਉਹ ਭੇਡ ਫਿਰ ਪਿੱਛੇ ਪਿੱਛੇ ਤੁਰੀ ਰਹਿੰਦੀ ਆ। ਹਾਲੇਲੂਇਆ। ਉਹ ਫਿਰ ਪਿੱਛਾ ਛੱਡਦੀ। ਸੋ ਉਦਾਹਰਨ ਤੌਰ ਤੇ ਲਿਖ ਲਓ, ਐਗਜ਼ਾਮਪਲ ਤੌਰ ਤੇ, ਪਰਦਾ ਕੰਨ ਦਾ ਵੀ ਹੈ। ਗੱਲ ਪਰਦੇ ਦੀ ਆਪਣੀ ਮਿਲ ਜਾਂਦੀ। ਪਰਦਾ ਕੰਨ ਦਾ ਵੀ ਹੈ, ਪਰਦਾ ਅੱਖਾਂ ਦਾ ਵੀ ਹੈ, ਪਰਦਾ ਮਨ ਦਾ ਵੀ ਹੈ। ਹਾਲੇਲੂਇਆ। ਕਿੱਥੇ ਕਿੱਥੇ ਦਾ ਆ? ਕੰਨ ਦਾ ਆ, ਅੱਖਾਂ ਦਾ ਆ, ਔਰ ਮਨ ਤੇ ਵੀ ਪਰਦਾ ਹੈ। ਤੇ ਜਦੋਂ ਦਾ ਆਦਮ ਕੱਢਿਆ ਹੋਇਆ ਆ, ਇਹਦੀਆਂ ਅੱਖਾਂ ਨੂੰ ਵੀ ਸ਼ੈਤਾਨ ਨੇ ਕੀ ਕੀਤਾ ਆ? ਬੰਨਿਆ ਪਿਆ। ਇਹਦੇ ਮਨ ਤੇ ਵੀ ਪਰਦਾ ਪਾਇਆ ਪਿਆ ਆ, ਔਰ ਇਹਦੇ ਕੰਨਾਂ ਨੂੰ ਵੀ ਕੀ ਕੀਤਾ ਆ ਕਿ ਉਹ ਸੁਣ ਹੀ ਨਾ। ਹਾਲੇਲੂਇਆ। ਆ ਜੋ 6ਵੀਂ ਗੱਲ ਦੇ ਵਿੱਚ ਆਪਾਂ ਜਾਂਦੇ ਹਾਂ, ਪਰਦਾ ਕਿਉਂ ਹੈ? ਸਵਾਲ ਆ ਗਿਆ। 6ਵੀਂ ਗੱਲ, ਪਰਦਾ ਕਿਉਂ ਹੈ। ਪਹਿਲੀ ਕੀ ਸੀ? ਮੈਨੂੰ ਮਾੜਾ ਚੇਤਾ ਕਰਾ ਦਿਓ, ਮੈਨੂੰ ਯਾਦ ਭੁੱਲ ਗਿਆ। ਪਹਿਲੀ ਗੱਲ ਕੀ ਸੀ? पहला पर्दा ही सी। ਹਾਂ, ਪਰਦਾ ਜਿਹੜਾ ਹੈ ਨਾ, ਨਹੀਂ, ਪਰਦਾ ਪਹਿਲਾ ਆ ਜਾਨ ਦੇਣ ਨੂੰ ਕੀ ਕਰਦਾ ਆ? ਦਿਖਾਉਂਦਾ। ਦੂਸਰਾ ਅਲੱਗਤਾਈ ਨੂੰ ਦਿਖਾਉਂਦਾ। ਤੀਸਰਾ ਦੇ ਵਿੱਚ ਆਪਾਂ ਕੀ ਦੇਖਦੇ? ਇਹਦੇ ਤੱਕ ਪਹੁੰਚਣ ਦੀ ਯੋਗਤਾ ਕੀ ਹੈ। ਚੌਥਾ ਆ, ਇਹ ਪਰਦਾ ਕੀ ਆ? ਆਗਿਆ ਸੀ ਖੁਦਾ ਦੀ ਕਿ ਇਹ ਟੰਗਣਾ ਆ ਤੇ ਕਿੱਦਾਂ ਟੰਗਣਾ ਹੈ। ਔਰ ਪੰਜਵੀਂ ਗੱਲ ਆਪਾਂ ਦੇਖੀ ਕਿ ਪਰਦਾ ਕੀ ਹੋ ਗਿਆ ਆ? 2 ਹਿੱਸੇ ਹੋ ਗਿਆ। ਤੇ 2 ਹਿੱਸੇ ਹੋਣ ਤੋਂ ਭਾਵ ਕੀ ਆ। ਔਰ 6ਵੀਂ ਗੱਲ ਅੱਜ ਆਪਾਂ ਦੇਖਣੀ ਆ, ਪਰਦਾ ਕਿਉਂ ਹੈ। ਪਰਦਾ ਕਿਉਂ? ਯਸ਼ਾਇਆ 59 ਅਧਿਆਏ 1 ਤੇ 2। सुनो, यहोवा का हाथ ऐसा छोटा नहीं हो गया कि उद्धार ना कर सके, कि मुक्ति ना दे सके, बचा ना सके। हाँ, ना वह ऐसा बहरा हो गया है हाँ। कि सुन ना सके। परंतु तुम्हारे अधर्म के कामों ने तुमको तुम्हारे परमेश्वर से अलग कर दिया है। ਇਹ ਪਰਦਾ ਕਿਉਂ ਆ? ਹੁਣ ਸਵਾਲ ਆਪਣਾ ਕੀ ਹੈ ਭਲਾ? ਪਰਦਾ ਕਿਉਂ ਆ? ਤੇ ਆਪਾਂ ਇਹਦਾ ਆਨਸਰ ਕੀ ਲਿਖ ਸਕਦੇ ਆ? साडे पापा साडे। ਲਿਖ ਲਓ ਬਈ। ਸਾਡੇ ਅਪਰਾਧਾਂ ਕਾਰਨ ਇਹ ਪਰਦਾ ਆ ਬਈ। ਇਹ ਕਿਉਂ ਐਡਾ ਜ਼ਬਰਦਸਤ ਸਥਾਨ ਅੰਦਰੋਂ ਬਣਾ ਦਿੱਤਾ ਹੈ। ਅੰਦਰ ਸੰਦੂਕ ਵੀ ਰੱਖਤਾ। ਸੰਦੂਕ ਦੇ ਬਾਰੇ ਜਿਹੜੇ ਸਾਡੇ ਚੋਂ ਸੁਣਵਈਏ ਭੈਣ ਭਰਾ ਆ, ਉਹ ਖੁਦਾ ਦੇ ਦਾਸ ਨੂੰ ਸੁਣ ਰਹੇ ਆ ਸੰਦੂਕ ਦਾ ਵਿਸ਼ਾ। ਔਰ ਕਿੰਨੀ ਜ਼ਬਰਦਸਤ ਉਹਦੇ ਵਿੱਚੋਂ ਗੱਲਾਂ ਨਿਕਲ ਕੇ ਆਉਂਦੀਆਂ ਕੀ ਕੁਛ ਆ। ਔਰ ਇੰਨਾ ਸੋਹਣਾ, ਇੰਨਾ ਜ਼ਬਰਦਸਤ ਚੀਜ਼ ਪ੍ਰਕਾਸ਼ਨ ਰੱਖ ਕੇ ਉਹਦੇ ਅੱਗੇ ਪਰਦਾ ਹੀ ਪਾਤਾ ਹੈ ਨਾ। ਕਿਉਂ? ਕਿਉਂਕਿ ਸਾਡੇ ਵਿੱਚ ਕੀ ਪਾਇਆ ਗਿਆ ਆ? ਅਪਰਾਧ ਪਾਇਆ ਗਿਆ, ਅਧਰਮ ਪਾਇਆ ਗਿਆ। ਇਹਦੇ ਕਾਰਨ ਹੈ ਪਰਦਾ। ਸੋ ਪਹਿਲਾ ਰਾਜਾ 6 ਅਧਿਆਏ 2 ਆਏ। ਆ ਟਾਈਮ ਠੀਕ ਨਿਗਾ, ਮਾੜਾ ਮੈਨੂੰ ਦੱਸ ਦਿਓ। 10 ਮਿੰਟ ਹੈ ਜੀ। ਹੈ 10 ਮਿੰਟ ਹੈਗਾ। ਲੈਣਾ ਚਾਹੁੰਦੇ 5 ਮਿੰਟ ਜਾਂ ਬੰਦ ਕਰੀਏ? ਆ ਬੜੀ ਦਿਲਚਸਪ ਜੀ ਗੱਲ ਸੀ, ਪਰ 5 ਮਿੰਟ ਚ ਨਹੀਂ ਹੋਣੀ। ਕੱਲ ਨੂੰ ਫਿਰ ਮੈਨੂੰ ਹੋਰ ਕਲੀਅਰ ਕਰ ਦੂੰਗਾ। ਉਦੋਂ ਮੈਂ ਤੁਹਾਨੂੰ ਇਹਦਾ ਟੇਸਟ ਜਾਂ ਕਰਾ ਦੇਣਾ, ਇੱਕ ਨਵਾਲਾ ਚਬਾ ਦੇਣਾ, ਤੇ ਕੱਲ ਨੂੰ ਫਿਰ ਇਹਨੂੰ ਹੋਰ ਚਿੱਥੀ ਜਾਇਓ। ਹਾਂ, 6 ਦੀ 2। ਪਹਿਲਾ ਰਾਜਾ 6 ਦੇ ਆਏ, ਉਹਦੀ 2 ਆਏ। ਅਤੇ ਉਹ ਭਵਨ ਜਿਹੜਾ ਸੁਲੇਮਾਨ ਪਾਸ਼ਾ ਨੇ ਯਹੋਵਾ ਲਈ ਬਣਾਇਆ ਸੀ, ਉਸ ਦੀ ਸਮਾਨ ਲੰਬਾ। ਉਸ ਦੀ ਲੰਬਾਈ 60 ਹੱਥ। ਹਾਂ, ਕਿੰਨੇ ਹੱਥ ਸੀਗੇ ਲੰਬਾ ਬਈ? ਉਹ ਜਿਹੜਾ ਕਮਰਾ ਬਣਾਇਆ ਗਿਆ ਕਿੰਨਾ ਲੰਬਾ ਸੀਗਾ? 60 ਹੱਥ। ਏਦਾਂ ਲੰਬਾ, एकदम ਲੰਬੇ ਦੀ ਗੱਲ ਕਰ ਰਹੇ। ਹਾਂ, ਅਤੇ ਚੌੜਾਨ 20 ਹੱਥ। ਚੌੜਾ ਇਧਰ ਨੂੰ ਕਿੰਨਾ ਆ? 20 ਹੱਥ।
ਅਤੇ ਉਚਾਨ 30 ਹੱਥ ਸੀ। ਉੱਚਾ ਕਿੰਨਾ ਆ? 30 ਹੱਥ। ਹਾਲੇਲੂਇਆ। ਇਹਦਾ ਮਤਲਬ ਹੈ ਫਿਰ ਜਿਹੜਾ ਉਹਦੇ ਵਿੱਚ ਜਿਹੜਾ ਪੋਰਸ਼ਨ ਕੀਤਾ ਗਿਆ ਆ ਉਹ ਕਿੰਨਾ ਆ? 20 ਹੱਥ ਆ ਨਾ। ਕਿੰਨੇ ਹੱਥ ਆ? 20 ਹੱਥ। ਜਿਹੜਾ ਪਵਿੱਤਰ ਸਥਾਨ ਦੇ ਲੰਬਾਈ ਚੜਾਈ ਜਿਹੜੀ ਵਿੱਚੋਂ ਬਚਦੀ ਹੈ ਨਾ, ਉਹ ਕਿੰਨੇ ਬਣਦੀ ਆ? 20 ਹੱਥ। ਪਰ ਉਹਦੀ ਉਚਾਈ ਕਿੰਨੀ ਆ? 30 ਹੱਥ। ਹਾਂਜੀ 30 ਹੱਥ। 30 ਹੱਥ ਉਹਦੀ ਉਚਾਈ ਆ ਉਸ ਪੋਰਸ਼ਨ ਦੀ। ਇਹਦਾ ਮਤਲਬ ਉਹਦੇ ਅੰਦਰਲੇ ਪਰਦੇ ਦੀ ਜਿਹੜੀ ਸੁਲੇਮਾਨ ਨੇ ਬਣਾਇਆ ਉਹਦੀ ਉਚਾਈ ਕਿੰਨੀ ਆ? 10 ਨਾ 30 ਹੱਥ। 30 ਹੱਥ ਹੈ ਨਾ। ਉਚਾਈ ਜਿਹੜੀ ਆ ਉਚਾਈ 30 ਹੱਥ ਆ ਉਸ ਪਰਦੇ ਦੀ, ਔਰ ਚੌੜਾਈ ਜਿਹੜੀ ਆ ਉਹ 20 ਹੱਥ। 30 ਹੱਥ ਮਤਲਬ 30 ਤੇ 15 है ना? सॉरी 20 हथ है। 20 हथ लिखा है 30 हथ है। देखो ਉਚਾਈ हाँ 30 हथ है ते चौड़ाई 20 हथ है। इदा ही हाँ। सो ओदी अपना 30 ते 15 किन्ने हो गए? 45 हथ ओदी उचाई आ। सो जेकर आप मिलाप दे तंबू दे विच चल जाइए ते वो सारे दा सारे किन्ना पोर्शन आ? 10 बाई 10 दा है। 10 हथ चौड़ा, 10 हथ लंबा ते 10 हथ गया उच्चा है। चौर से मतलब कि उचाई भी उन्नी है, बराबर है। मूसा के जमाने तक की हिसाब किताब है भाई, है ना? वो उथे समझ लो 10 हथ है। 10 हथ का मतलब है 15 फुट उच्चा। 15 बाई 15 का कमरा है तो 15 फुट ही उच्चा है। तो जिन्ना उच्चा ओडा ही की है भला विच पढ़दा। ਇਹਦਾ ਮਤਲਬ ਉੱਥੇ ਜਿਹੜਾ ਮੂਸਾ ਦੇ ਟਾਈਮ ਦੇ ਵਿੱਚ ਪੜਦਾ ਆ ਉਹ ਕਿੰਨਾ ਆ? ਮੂਸਾ ਦੇ ਤੰਬੂ ਦੇ ਵਿੱਚ 15 ਫੁੱਟ ਉੱਚਾ। ਇਦਾਂ ਹੈ ਨਾ? 10 ਹੱਥ ਮਤਲਬ 15 ਫੁੱਟ ਉੱਚਾ। ਪਰ ਇੱਥੇ ਆ ਕੇ ਕਿੰਨਾ ਹੋ ਗਿਆ ਹੈ? 30 ਹੱਥ ਹੋ ਗਿਆ, ਯਾਨੀ ਕਿ 45 ਫੁੱਟ ਉੱਚਾ। ਤੇ ਇਹ ਕਹਾਂ ਜਾ ਕੇ ਜਿਹੜਾ ਯੂਰਪ ਆਪਣਾ ਹੈਰੋਦਿਆ ਦੇ ਜਿਹੜਾ ਮੰਦਿਰ ਸੀ ਜਿਹਦਾ ਪਰਦਾ ਫਟਿਆ ਸੀਗਾ ਅਸਲ ਦੇ ਵਿੱਚ, ਉਸ ਟਾਈਮ ਦੇ ਵਿੱਚ ਇਹ ਪਰਦਾ ਕਿੰਨਾ ਹੋ ਗਿਆ ਸੀਗਾ? 60 अपना 40 हथ उच्चा, यानी कि 60 फुट उच्चा। 60 फुट उच्चा हो गया। ਇਹਦਾ ਕੋਈ ਰਾਂਚ ਸਮਝਦੇ? ਯਾਨੀ ਕਿ ਜਿੱਦਾਂ ਆਦਮ ਵੱਧਦਾ ਗਿਆ ਪਾਪ ਕੀ ਹੁੰਦਾ ਗਿਆ? ਵੱਧਦਾ ਗਿਆ। ਤੇ ਪਰਦਾ ਵੀ ਕੀ ਹੁੰਦਾ ਗਿਆ? ਵੱਧਦਾ ਗਿਆ। ਹਾਲੇਲੂਇਆ। ਸੋ ਉੱਥੇ ਦੇ ਜਿਹੜਾ ਪਰਦਾ ਆ, ਜਿਹੜਾ ਮਿਲਾਪ ਦੇ ਤੰਬੂ ਦਾ ਪਰਦਾ ਆ, ਉਹਦੀ ਮੋਟਾਈ ਇੰਨੀ ਨਹੀਂ। गां इत्थे आके ਇਹਦੀ ਮੋਟਾਈ ਵੀ ਕੀ ਹੋ ਗਈ ਭਲਾ? ਜ਼ਿਆਦਾ ਹੋ ਗਈ। हालेलुया। ऊंचाई भी ज्यादा होगी, मोटाई भी ज्यादा होगी, मजबूती भी बहुत ज्यादा होगी। 300 जाजक लोग, किन्ने 300 जाजक लोग मस्सा कीते हुए ਉਹ ਇਹਨੂੰ ਚੱਕ ਕੇ ਤੇ ਫਿੱਟ ਕਰਦੇ ਸੀ ਹੈਰੋਦੇ ਦੇ ਜ਼ਮਾਨੇ ਵਿੱਚ। ਕਿੰਨੇ ਨੂੰ ਚੱਕਣਾ ਪੈਂਦਾ ਪਰਦਾ? 300 ਨੂੰ। ਹਾਲੇਲੂਇਆ। ਤੇ ਇਹਦੀ ਮੋਟਾਈ ਕਿੰਨੀ ਆ? 4 ਇੰਚ। ਹਾਲੇਲੂਇਆ। ਇਹਦਾ ਮਤਲਬ ਇਹ ਪਰਦਾ ਕਿਉਂ ਆਪਾਂ ਇਸ ਗੱਲ ਨੂੰ ਦੇਖ ਰਹੇ ਹਾਂ? ਪਰਦਾ ਸਾਡੇ ਅਪਰਾਧ ਦੇ ਕਾਰਨ ਹੈ। ਦੂਸਰਾ, ਅਪਰਾਧ ਜਿੱਦਾਂ ਜਿੱਦਾਂ ਵੱਧਦਾ ਗਿਆ ਪਰਦਾ ਵੀ ਕੀ ਹੁੰਦਾ ਗਿਆ? ਮੋਟਾ ਔਰ ਵੱਧਦਾ ਗਿਆ। ਤੇ ਇਹਦਾ ਮਤਲਬ ਇਹ ਮਸੀਹ ਜਿਹੜਾ ਸਾਡੇ ਲਈ ਠਹਿਰਾਇਆ ਗਿਆ ਸੀਗਾ ਉਹਦੀ ਜ਼ਿੰਮੇਵਾਰੀ ਵੀ ਕੀ ਹੁੰਦੀ ਗਈ ਭਲਾ? ਵੱਧਦੀ ਗਈ। ਸੋ ਆਓ ਇੱਥੇ ਸਟਾਪ ਕਰਦੇ ਹਾਂ। ਕੱਲ ਨੂੰ ਇਸ ਗੱਲ ਨੂੰ ਆਪਾਂ ਹੋਰ ਖੋਲ ਕੇ ਸੁਣਾਂਗੇ। ਪ੍ਰਾਰਥਨਾ ਕਰਦੇ ਹਾਂ। ਖੁਦਾਵੰਦ ਖੁਦਾ ਤੇਰਾ ਸ਼ੁਕਰ, ਤੇਰੀ ਤਾਰੀਫ, ਧੰਨਵਾਦ ਹੋ ਅੱਜ ਦੇ ਅੱਛੇ ਸਮੇਂ ਲਈ। ਖੁਦਾਵੰਦ ਜਦੋਂ ਪਵਿੱਤਰ ਸਥਾਨ ਤੋਂ ਅਸੀਂ ਮੁਹਾਣਾ ਕੀਤਾ ਹੈ ਅਤੀ ਪਵਿੱਤਰ ਸਥਾਨ ਵੱਲ ਨੂੰ, ਅਜੇ ਅਸੀਂ ਉਹਦੇ ਵਿੱਚ ਵੜੇ ਨਹੀਂ ਖੁਦਾਵੰਦ, ਪਰ ਉੱਥੇ ਪਰਦਾ ਬਹੁਤ ਗੱਲਾਂ ਸਾਡੇ ਨਾਲ ਕਰਦਾ ਹੈ। ਖੁਦਾ ਬੜੀ ਜ਼ਿੰਮੇਵਾਰੀ ਤੋਂ ਸਾਨੂੰ ਜਾਣੂ ਕਰਵਾ ਰਿਹਾ ਹੈ। ਮੈਂ ਪ੍ਰਾਰਥਨਾ ਕਰਦਾ ਖੁਦਾਵੰਦ ਜਿੰਨੀਆਂ ਵੀ ਜ਼ਿੰਮੇਵਾਰੀਆਂ ਅਸੀਂ ਚੰਗੀ ਤਰ੍ਹਾਂ ਸਮਝਦੇ ਹੋਏ ਖੁਦਾਵੰਦ ਇਸ ਪਰਦੇ ਦੇ ਸਾਹਮਣੇ ਖੜੇ ਹੋਣ ਦੇ ਯੋਗ ਹੋ ਸਕੀਏ, ਸਾਨੂੰ ਪ੍ਰਕਾਸ਼ਨ ਦੇ ਦੇਣਾ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ। ਹੁਣ ਸਾਡੇ ਖੁਦਾਵੰਦ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਬਖਸ਼ਿਸ਼ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਗਸਾਂ ਨਾਲ ਹੁੰਦੀ ਰਹੇ। ਹਾਲੇਲੂਇਆ।